ਸਿੱਖ ਮੇਰੀ ਮਾਈ। ਇਤਿਹਾਸ ਤੇ ਗੁਰਬਾਣੀ ਦੇ ਚਾਨਣ ਵਿੱਚ ਆਨੰਦਮਈ ਪਰਿਵਾਰਕ ਜੀਵਨ ਦੇ ਸੰਬੰਧ ਵਿੱਚ ਜੋ ਪ੍ਰੋਗਰਾਮ ਹੈ ਉਹ ਆਰੰਭ ਹੋਣ ਲੱਗਾ ਹੈ। ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹ ਸਾਰਾ ਜੋ ਪ੍ਰੋਗਰਾਮ ਹੈ, ਇਹ ਜੋ ਵਿਚਾਰਾਂ ਹਨ, ਮਨ ਚਿੱਤ ਇਕਾਗਰ ਕਰਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ। ਨਾਲ ਹੀ ਬੇਨਤੀ ਹੈ ਕਿ ਜਿਹੜੀਆਂ ਸੰਗਤਾਂ ਘਰ ਬੈਠੇ ਆਪ ਟੈਲੀਵਿਜ਼ਨ 'ਤੇ ਇਹ ਪ੍ਰੋਗਰਾਮ ਦੇਖ ਰਹੀਆਂ ਹਨ, ਉਹਨਾਂ ਨੂੰ ਬੇਨਤੀ ਹੈ ਉਹ ਵੀ ਗੁਰਦੁਆਰਾ ਸਾਹਿਬ ਵਿਖੇ ਪੁੱਜ ਕੇ ਸੰਗਤਾਂ 'ਚ ਬੈਠ ਕੇ ਇਹ ਪ੍ਰੋਗਰਾਮ ਸਰਵਣ ਕਰੋ। ਇਹ ਸਾਰੇ ਪ੍ਰੋਗਰਾਮ ਦੀ ਜੋ ਸੰਚਾਲਨ ਹੈ ਉਹ ਡਾਕਟਰ ਸਰਬਜੀਤ ਸਿੰਘ ਜੀ ਉਹ ਕਰਨਗੇ। ਉਹਨਾਂ ਨੂੰ ਬੇਨਤੀ ਹੈ ਕਿ ਆ ਕੇ ਸਾਰਾ ਜੋ ਪ੍ਰੋਗਰਾਮ ਹੈ ਸੰਗਤਾਂ ਦੇ ਸਾਹਮਣੇ ਰੱਖੋ। ਫਿਰ ਬੇਨਤੀ ਹੈ ਮਨਾਂ ਦੀ ਇਕਾਗਰਤਾ ਲਈ, ਮਨਾਂ ਨੂੰ ਇਕਾਗਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਅਤੇ ਗੁਰਬਾਣੀ ਦੇ ਚਾਨਣ ਵਿੱਚ ਆਓ ਸਿਰਜੀਏ ਆਨੰਦਮਈ ਪਰਿਵਾਰਕ ਜੀਵਨ, ਹੈਪੀ ਫੈਮਿਲੀ ਲਾਈਫ। 3 ਰੋਜ਼ਾ ਇਸ ਵਿਲੱਖਣ ਕਥਾ ਦਰਬਾਰ, ਯੂਨੀਕ ਕਥਾ ਦਰਬਾਰ ਦਾ ਅੱਜ ਇਹ ਦੂਸਰਾ ਦਿਨ ਹੈ। ਕੱਲ੍ਹ ਸਾਡੇ ਕੋਲ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਰਕੰਡਾ, ਉਹਨਾਂ ਨੇ ਕਥਾ ਕੀਤੀ ਸੀ। ਡਾਕਟਰ ਮਨਪ੍ਰੀਤ ਕੌਰ ਜੀ ਨੇ ਸਾਨੂੰ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ ਜੀ ਦੀ ਪੁਸਤਕ ਅਤੇ ਭਾਈ ਵੀਰ ਸਿੰਘ ਜੀ ਦਾ ਵਿਆਹ ਪ੍ਰਤੀ ਦ੍ਰਿਸ਼ਟੀਕੋਣ ਉਹ ਪੜ੍ਹ ਕੇ ਸੁਣਾਇਆ ਸੀ। ਔਰ ਅੰਤ ਵਿੱਚ ਡਾਕਟਰ ਸਵਿੰਦਰਪਾਲ ਕੌਰ ਸਿੱਧਵਾਂ ਤੋਂ, ਖਾਲਸਾ ਕਾਲਜ ਸਿੱਧਵਾਂ ਤੋਂ, ਉਹਨਾਂ ਨੇ ਸਾਨੂੰ ਵੀਰ ਭੁਪਿੰਦਰ ਸਿੰਘ ਜੀ ਲਿਵਿੰਗ ਟ੍ਰੈਜਰ ਵਾਲਿਆਂ ਦੀ ਪੁਸਤਕ ਵਿੱਚੋਂ ਜੀਵਨ ਵਿੱਚ ਆਉਣ ਵਾਲੀ ਸਮੱਸਿਆਵਾਂ ਬਾਰੇ ਜੋ ਛੋਟਾ ਜਿਹਾ ਲੇਖ ਕੁਝ ਅੰਸ਼ ਪੜ੍ਹ ਕੇ ਸੁਣਾਏ ਸੀ। ਸਾਧ ਸੰਗਤ ਜੀ, ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੇਰਾ ਮਨ ਕਰਦਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਜੀ ਦਾ ਔਰ ਆਪ ਸਾਰੀਆਂ ਸੰਗਤਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅੱਜ ਸਾਡੀ ਹੈਲਪਲਾਈਨ ਜਿਹੜੇ ਫ਼ੋਨ ਨੰਬਰ ਸੀ ਔਰ ਜਿਹੜੇ ਸਾਡੇ ਸਾਰੇ ਮੈਂਬਰ ਸਾਹਿਬਾਨ ਨੇ ਕੱਲ੍ਹ ਦੇ ਸਮਾਗਮ ਸੰਬੰਧੀ ਆਪ ਜੀ ਦੀਆਂ ਸਾਰਿਆਂ ਦੀਆਂ ਦੂਰੋਂ ਨੇੜਿਓਂ, ਕਿੱਥੋਂ ਅੰਮ੍ਰਿਤਸਰ ਅਤੇ ਕਿੱਥੋਂ ਪਟਿਆਲਾ ਅਤੇ ਕਈ ਪਿੰਡਾਂ ਤੋਂ, ਸ਼ਹਿਰਾਂ ਤੋਂ ਸਾਨੂੰ ਬਹੁਤ ਸਾਰੇ ਫੋਨ ਆਏ ਹਨ ਔਰ ਸੰਗਤ ਨੇ ਬੜੀ ਅਸੀਸ ਦਿੱਤੀ ਹੈ। ਮੈਂ ਬੇਨਤੀ ਕਰਾਂਗਾ ਸਾਰੀ ਸੰਗਤ ਦਾ ਧੰਨਵਾਦ। ਨਾਲ ਅੱਜ ਵੀ ਅਰਦਾਸ ਕਰਨਾ ਕਿ ਅੱਜ ਜੋ ਪੈਨਲ ਚਰਚਾ ਹੈ ਉਹ ਵਿਦਵਾਨਾਂ ਦੀ ਰਸਨਾ 'ਤੇ ਪਾਤਸ਼ਾਹ ਆਪ ਬੈਠ ਕੇ ਅਜਿਹੇ ਬਚਨ ਬੁਲਾਉਣ, ਸਾਡੇ ਘਰਾਂ ਵਿੱਚ, ਸਾਡੇ ਮਨਾਂ ਵਿੱਚ, ਹਿਰਦਿਆਂ ਵਿੱਚ ਉਹ ਬਚਨ ਵਸ ਜਾਣ ਔਰ ਸਾਡੇ ਘਰਾਂ ਵਿੱਚ ਸੁੱਖ ਸ਼ਾਂਤੀ ਅਤੇ ਆਨੰਦ ਦਾ ਮਾਹੌਲ ਹੋ ਜਾਏ। ਇਹ ਮੈਂ ਹੱਥ ਜੋੜ ਕੇ ਗੁਰਦੁਆਰਾ ਸਾਹਿਬ ਦੇ ਹਾਲ ਦੇ ਅੰਦਰ ਸਜੀ ਸੰਗਤ ਅਤੇ ਘਰਾਂ ਵਿੱਚ ਬੈਠੀ ਸਾਰੇ ਪੰਜਾਬ ਦੇ ਵਿੱਚ ਜੋ ਇਹ ਫਾਸਟਵੇ ਦੇ ਚੈਨਲ ਨੰਬਰ 405 ਰਾਹੀਂ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ, ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਜ਼ਰੂਰ ਆਪਣੇ ਹਿਰਦੇ ਵਿੱਚੋਂ ਇੱਕ ਇੰਨੀ ਕੁ ਅਰਦਾਸ ਕਰ ਦਿਓ ਕਿ ਪਾਤਸ਼ਾਹ ਇਹ ਸਾਰੀ ਸੰਸਥਾ ਦੇ ਸਾਰੇ ਵੀਰ, ਸੁਕ੍ਰਿਤ ਟਰਸਟ, ਵਿਕਾਸ ਫਾਊਂਡੇਸ਼ਨ, ਮਿਸ਼ਨ ਪੈਗਾਮੇ ਸ਼ਬਦ ਗੁਰੂ, ਇਹ ਸਾਰੀ ਸੰਸਥਾਵਾਂ ਦੇ ਜਿਹੜੇ ਵੀਰਾਂ ਨੇ ਰਲ ਕੇ ਉਪਰਾਲਾ ਕੀਤਾ ਹੈ, ਇਹਨਾਂ ਦੀ ਜੋ ਅੱਜ ਵਿਦਵਾਨ ਅੱਜ ਆ ਰਹੇ ਹਨ ਉਹਨਾਂ ਦੀ ਰਸਨਾ 'ਤੇ ਬੈਠ ਕੇ ਪਾਤਸ਼ਾਹ ਬਖਸ਼ਿਸ਼ ਕਰੇ। ਬਾਣੀ ਅਨੁਸਾਰ, ਇਤਿਹਾਸ ਅਨੁਸਾਰ ਹੀ ਬੋਲ ਬੁਲਵਾਏ ਸਾਡੇ ਕੋਲੋਂ, ਹੋਰ ਕੋਈ ਬੋਲ ਸਾਡੇ ਰਸਨਾ ਤੋਂ ਨਾ ਉਚਰਨ। ਮੈਂ ਕੱਲ੍ਹ ਬੇਨਤੀ ਕੀਤੀ ਸੀ ਕਿ ਗੁਰਦੁਆਰਾ ਵੀ ਸਾਡਾ ਸਕੂਲ ਹੈ ਅਤੇ ਸਕੂਲ ਦੇ ਵਿੱਚ ਕੱਲ੍ਹ ਪੜ੍ਹੇ ਚੈਪਟਰ ਦੀ ਰਿਵੀਜ਼ਨ ਕਰਾ ਕੇ ਫਿਰ ਅਗਲਾ ਚੈਪਟਰ ਪੜ੍ਹਾਇਆ ਜਾਂਦਾ ਹੈ। ਚੰਗਾ ਟੀਚਰ ਜੋ ਹੈ ਉਹ ਜ਼ਰੂਰ ਰਿਵੀਜ਼ਨ ਕਰਾਉਂਦਾ ਹੈ। ਕੱਲ੍ਹ ਦੀਆਂ ਬਹੁਤ ਕਮਾਲ ਦੀਆਂ ਗੱਲਾਂ ਜੋ ਸੰਗਤਾਂ ਨੇ ਫੋਨ 'ਤੇ ਵੀ ਸਾਨੂੰ ਬਾਰ-ਬਾਰ ਕਹੀਆਂ ਹਨ ਕਿ ਗਿਆਨੀ ਸਾਹਿਬ ਸਿੰਘ ਜੀ ਨੇ ਇਹ ਬੜੀ ਪਿਆਰੀ ਗੱਲ ਕਹੀ ਕਿ ਦਿਨੇ ਉਹ ਕੰਮ ਨਾ ਕਰਿਓ ਕਿ ਰਾਤੀ ਨੀਂਦ ਨਾ ਆਵੇ, ਅਤੇ ਰਾਤੀ ਉਹ ਕੰਮ ਨਾ ਕਰਿਓ ਕਿ ਦਿਨੇ ਸ਼ਰਮਿੰਦਾ ਹੋਵੋ। ਇਹ ਬਹੁਤ ਪਿਆਰੀ ਗੱਲ ਸੰਗਤਾਂ ਨੇ ਵੀ ਇਹਨੂੰ ਬਾਰ-ਬਾਰ ਕਿਹਾ। ਔਰ ਦੂਸਰੀ ਗੱਲ ਜੋ ਉਹਨਾਂ ਨੇ ਕਹੀ ਸੀ, ਤੁਧਨੋਂ ਨਿਮਨ ਮੰਨਨ ਤੇਰਾ ਨਾਮ,
ਇਹ ਕਹੀਏ ਕਿ ਗੁਰਦੁਆਰੇ ਅਸੀਂ ਜਾ ਰਹੇ ਹਾਂ ਪਰ ਸਾਡੇ ਘਰ ਵਿੱਚ ਸ਼ਾਂਤੀ ਨਹੀਂ, ਇਹਦਾ ਮਤਲਬ ਗੁਰਦੁਆਰੇ ਕੇਵਲ ਮੱਥਾ ਟੇਕ ਰਹੇ ਹਾਂ। ਤੇ ਮੱਥਾ ਟੇਕਣ ਦਾ ਅਸਲ ਮਤਲਬ ਹੈ ਤੁਧਨੋ ਨਿਮਨ। ਨਿਮਨ ਦਾ ਕੀ ਮਤਲਬ ਹੈ? ਮੰਨਣ ਤੇਰਾ ਨਾਮ। ਜੇ ਅਸੀਂ ਤੇਰਾ ਨਾਮ ਨਹੀਂ ਮੰਨ ਰਹੇ ਫਿਰ ਸਮਝੋ ਅਸੀਂ ਨਿਮ ਵੀ ਨਹੀਂ ਰਹੇ, ਮੱਥਾ ਵੀ ਨਹੀਂ ਟੇਕ ਰਹੇ। ਇੱਕ ਉਹਨਾਂ ਨੇ ਬੜੀ ਪਿਆਰੀ ਗੱਲ, 2 ਫਰਮਾਨ ਦਿੱਤੇ ਸੀ ਕਿ ਘਰਾਂ ਵਿੱਚ ਸੁੱਖ ਸ਼ਾਂਤੀ ਤਾਂ ਹੋਏਗੀ ਜੇ ਮਿੱਠੇ ਬੋਲ ਬੋਲਾਂਗੇ। ਗੰਢ ਪਰੀਤੀ ਮਿੱਠੇ ਬੋਲ। ਸਾਨੂੰ ਤੁਰਦੇ ਫਿਰਦੇ ਇਹ ਫਰਮਾਨ ਕੰਠ ਵੀ ਹੋਣੇ ਚਾਹੀਦੇ ਨੇ ਤੇ ਬਾਰ-ਬਾਰ ਆਪਣੇ ਮਨ ਨੂੰ ਪ੍ਰੇਰਨਾ ਕਰਨੀ ਚਾਹੀਦੀ ਹੈ ਕਿ ਮੈਂ ਮਿੱਠੇ ਬੋਲ ਬੋਲਣਾ। ਮੇਰਾ ਸਾਹਿਬ ਮਿੱਠ ਬੋਲੜਾ ਹੈ ਤੇ ਉਹਦਾ ਸੇਵਕ ਹੋ ਕੇ ਮੈਂ ਵੀ ਮਿੱਠੇ ਬੋਲ ਬੋਲਣੇ ਨੇ। ਤੇ ਜੇ ਕੋਈ ਗੁੱਸਾ ਦਿਵਾਏ ਤੇ ਸਮਝੋ ਮੇਰਾ ਟੈਸਟ ਲੈ ਰਿਹਾ। ਔਰ ਨਾਲ ਹੀ ਉਹਨਾਂ ਨੇ ਗੱਲ ਕਹੀ ਸੀ ਬਾਣੀ ਦਾ ਫਰਮਾਨ, ਟੁੱਟ ਪਰੀਤ ਗਈ ਬੁਰ ਬੋਲ। ਬੁਰੇ ਬੋਲ ਬੋਲਣ ਨਾਲ ਸਾਡੀ ਜਿਹੜੀ ਪ੍ਰੀਤ ਹੈ ਉਹ ਟੁੱਟ ਜਾਂਦੀ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਸਵਾਲਾਂ ਜਵਾਬਾਂ ਦੇ ਸੈਸ਼ਨ ਹੋਣੇ ਨੇ। ਕੱਲ ਤੱਕ ਸਾਡੇ ਕੋਲ 19 ਸਵਾਲ ਸੀ, ਅੱਜ ਸਵਾਲਾਂ ਦੀ ਗਿਣਤੀ ਬਹੁਤ ਵੱਧ ਗਈ ਹੈ। ਕੁਝ ਸਵਾਲ ਰਲਦੇ ਮਿਲਦੇ ਨੇ, ਅਸੀਂ ਉਹਨਾਂ ਦਾ ਇਕੱਠੇ ਜਵਾਬ ਦੇਣ ਦਾ ਯਤਨ ਕਰਾਂਗੇ। ਇੱਕ ਮੈਂ ਬੇਨਤੀ ਕਰਾਂਗਾ, ਕੱਲ ਸਾਡੇ ਕੋਲ ਇਹ ਗਲਤੀ ਹੋ ਗਈ, ਕੇਵਲ ਜੋ ਇਸ਼ਤਿਹਾਰਾਂ 'ਤੇ ਫੋਨ ਸੀਗਾ, ਜਿਨ੍ਹਾਂ ਤੱਕ ਇਸ਼ਤਿਹਾਰ ਪਹੁੰਚੇ ਸੀ ਉਹੀ ਫੋਨ ਕਰ ਸਕੇ। ਤੇ ਸੰਗਤ ਨੇ ਜਿਹੜੇ ਬਾਅਦ 'ਚੋਂ ਫੋਨ ਕੀਤੇ ਕਿ ਸਾਡੇ ਕੋਲ ਉਹ ਨੰਬਰ ਨਹੀਂ ਹੈ ਜਿੱਥੇ ਅਸੀਂ ਆਪਣੇ ਸੁਝਾਅ ਦੇ ਸਕੀਏ। ਸੋ ਮੈਂ ਬੇਨਤੀ ਕਰਾਂਗਾ ਸਾਰੀ ਸੰਗਤ ਨੂੰ ਜੋ ਘਰਾਂ ਵਿੱਚ ਬੈਠੇ ਹਨ, ਸਾਡਾ ਫੋਨ ਲਾਈਨ ਨੰਬਰ ਹੈ 978978 133 9898 978 133 9898। ਇਸ ਫੋਨ ਨੰਬਰ 'ਤੇ ਆਪ ਜੀ ਪੰਜਾਬ ਵਿੱਚ ਦੂਰ ਦੁਰਾਡੇ ਜਿੱਥੇ ਵੀ ਬੈਠੇ ਸਮਾਗਮ ਸਰਵਣ ਕਰ ਰਹੇ ਹੋ, ਆਪਣੇ ਸਵਾਲ ਬੋਲੋਗੇ, ਉਹ ਨਾਲ ਦੀ ਨਾਲ ਸਾਡੇ ਜਿਹੜੇ ਭੈਣ ਜੀ ਜਿਨ੍ਹਾਂ ਦੀ ਇਹ ਸੇਵਾ ਲੱਗੀ ਹੈ ਉਹ ਲਿਖ ਕੇ ਸਾਨੂੰ ਭੇਜੀ ਜਾਣਗੇ। ਜਾਂ ਆਪ ਜੀ ਕੋਈ ਸੁਝਾਅ ਦਿਓ ਕਿ ਮੈਂ ਇਸ ਤਰੀਕੇ ਨਾਲ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਲਿਆਂਦੀ, ਇਸ ਗੱਲ 'ਤੇ ਝਗੜਾ ਹੁੰਦਾ ਸੀ, ਅਸੀਂ ਇਸ ਤਰ੍ਹਾਂ ਸਮਝਾਇਆ, ਤਾਂ ਜੋ ਉਸ ਤੋਂ ਹੋਰ ਸੱਜਣ ਵੀ ਪ੍ਰੇਰਨਾ ਲੈ ਸਕਣ। ਔਰ ਇੱਕ ਹੋਰ ਸਾਡੇ ਕੋਲ ਕੱਲ ਗਲਤੀ ਹੋ ਗਈ, ਅਸੀਂ ਦੱਸ ਹੀ ਨਹੀਂ ਸਕੇ ਕਿ ਸਮਾਗਮ ਦਾ ਸਮਾਂ 8 ਤੋਂ 10 ਵਜੇ ਹੈ। ਇਸ਼ਤਿਹਾਰਾਂ ਵਿੱਚ ਲਿਖਿਆ, ਪਰ ਕਈਆਂ ਨੇ ਕਿਹਾ ਵੀ ਅਸੀਂ 9:30 TV ਲਗਾਇਆ, ਸਾਨੂੰ ਪਤਾ ਹੀ ਨਹੀਂ ਕਦੋਂ ਦਾ ਸ਼ੁਰੂ ਹੋਇਆ, ਅਸੀਂ ਅਚਾਨਕ ਦੇਖਿਆ। ਸੋ ਮੈਂ ਘਰਾਂ ਵਿੱਚ ਬੈਠੀ ਸੰਗਤ ਲਈ ਇਹ ਬੇਨਤੀ ਕਰਾਂਗਾ, ਇਸ ਸਮਾਗਮ ਦਾ ਸਮਾਂ 8 ਤੋਂ 10 ਹੈ ਤੇ ਕੱਲ੍ਹ ਨੂੰ ਵੀ ਇਸੇ ਤਰ੍ਹਾਂ ਇਸੇ ਸਮੇਂ 'ਤੇ ਇਹ ਸਮਾਗਮ ਇਸੇ ਸਥਾਨ 'ਤੇ ਹੋਣਗੇ। ਸੋ ਅੱਜ ਦੇ ਸਮਾਗਮ ਦੀ ਆਰੰਭਤਾ ਕਰਦਿਆਂ, ਜਿਸ ਤਰ੍ਹਾਂ ਕੱਲ੍ਹ ਡਾਕਟਰ ਮਨਪ੍ਰੀਤ ਕੌਰ ਜੀ ਨੇ ਆਰੰਭਤਾ ਕੀਤੀ ਸੀ, ਅੱਜ ਸਾਡੇ ਵਿੱਚ ਡਾਕਟਰ ਸਰਬਜੋਤ ਕੌਰ ਜੀ ਬਹੁਤ ਉੱਘੇ ਵਿਦਵਾਨ ਹਨ, ਸਾਬਕਾ ਮੁਖੀ ਪੰਜਾਬੀ ਵਿਭਾਗ ਗਵਰਨਮੈਂਟ ਕਾਲਜ ਫਾਰ ਵੂਮਨ ਲੁਧਿਆਣਾ। ਉਹ ਅੱਜ ਦੇ ਸਮਾਗਮ ਦੀ ਸ਼ੁਰੂਆਤ 'ਤੇ ਲਾਵਾਂ ਸੰਬੰਧੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ। ਬਹੁਤ ਬਖਸ਼ਿਸ਼ ਵਾਲਾ ਇਹ ਪਰਿਵਾਰ, ਇਹਨਾਂ ਦੇ ਵੱਡੇ ਭੈਣ ਜੀ ਡਾਕਟਰ ਪ੍ਰਭਜੋਤ ਕੌਰ ਜੀ ਜੋ ਚੰਡੀਗੜ੍ਹ ਹੁੰਦੇ ਹਨ, ਉਹਨਾਂ ਦੀ ਪੁਸਤਕ 32 ਸੁਲੱਖਣੀ, ਉਹਦੇ ਵਿੱਚੋਂ ਵੀ ਅਸੀਂ ਅੱਜ ਤੇ ਕੱਲ੍ਹ ਕੁਝ ਅੰਸ਼ ਪੜ੍ਹ ਕੇ ਸੁਣਾਵਾਂਗੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਾਰੀਆਂ ਕਿਤਾਬਾਂ ਬਾਹਰ ਸਟਾਲ ਲੱਗਾ ਹੈ, ਉੱਥੇ ਮਿਲ ਰਹੀਆਂ ਹਨ। ਕੱਲ੍ਹ ਅਸੀਂ ਯਤਨ ਕਰ ਰਹੇ ਹਾਂ ਕਿ ਹੋਰ ਵੀ ਕੁਝ ਪੁਸਤਕਾਂ ਲਿਆ ਕੇ ਉਹਨਾਂ ਦਾ ਸੈੱਟ ਬਣਾ ਕੇ ਕੁਝ ਰਿਆਇਤੀ ਕੀਮਤ 'ਤੇ ਇਹ ਪੁਸਤਕਾਂ ਸੰਗਤ ਤੱਕ ਪਹੁੰਚਾ ਸਕੀਏ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਡਾਕਟਰ ਸਰਬਜੋਤ ਕੌਰ ਜੀ ਨੂੰ ਬੇਨਤੀ ਕਰਾਂਗਾ ਕਿ ਲਾਵਾਂ ਦੀ ਜੋ ਵਿਆਖਿਆ ਹੈ ਸੰਖੇਪ ਵਿੱਚ ਕਰਕੇ ਉਹ ਅੱਜ ਦੇ ਸਮਾਗਮ ਦੀ ਆਰੰਭਤਾ ਕਰਨ। ਉਪਰੰਤ ਪੈਨਲ ਚਰਚਾ ਲਈ ਸਾਡੇ ਪਾਸ ਵਿਦਵਾਨ ਪਹੁੰਚ ਗਏ ਹਨ, ਉਹ ਸਟੇਜ 'ਤੇ ਸੱਜ ਜਾਣਗੇ ਅਤੇ ਅਸੀਂ ਆਪ ਜੀ ਦੇ ਸਵਾਲਾਂ ਦੇ ਜਵਾਬ ਲੱਭਣ ਦਾ ਗੁਰਮਤਿ ਅਨੁਸਾਰ ਯਤਨ ਕਰਾਂਗੇ। ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 3 ਰੋਜ਼ਾ ਸਮਾਗਮ ਜੋ ਇੱਕ ਆਨੰਦਮਈ ਪਰਿਵਾਰਕ ਜੀਵਨ ਨੂੰ ਸਾਹਮਣੇ ਰੱਖ ਕੇ ਕਿ ਐਸਾ ਜੀਵਨ ਕਿਵੇਂ ਬਣੇ, ਜੋ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਪ੍ਰੋਗਰਾਮ ਨੂੰ ਉਲੀਕਣ ਦੀ ਲੋੜ ਸ਼ਾਇਦ ਇਸ ਕਰਕੇ ਪਈ ਕਿ ਸਾਨੂੰ ਅੱਜ ਬਹੁਤ ਸਾਰੇ ਪਰਿਵਾਰ ਐਸੇ ਨਜ਼ਰ ਆਉਂਦੇ ਨੇ ਜਿਨ੍ਹਾਂ ਦਾ ਜੀਵਨ ਆਨੰਦਮਈ ਨਹੀਂ ਹੈ।
ਤੇ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਵੇ ਕਿ ਐਸਾ ਕਿਉਂ ਹੈ। ਸੋ ਇਸ ਚੀਜ਼ ਨੂੰ ਸਾਹਮਣੇ ਰੱਖਦਿਆਂ ਹੋਇਆਂ ਜੋ ਪ੍ਰਬੰਧਕਾਂ ਵੱਲੋਂ ਮੈਨੂੰ ਹੁਕਮ ਹੋਇਆ ਕਿ ਲਾਵਾਂ ਦੇ ਵਿੱਚ ਇੱਕ ਸੁਖੀ ਗ੍ਰਹਿਸਥ ਜੀਵਨ ਦੀ ਗੱਲ ਕੀ ਕੀਤੀ ਗਈ ਏ ਤੇ ਇੱਕ ਸੁਖੀ ਗ੍ਰਹਿਸਥ ਜੀਵਨ ਕਿਵੇਂ ਹੋ ਸਕਦਾ ਵੇ, ਇਸ ਨੂੰ ਕੁਝ ਸਮੇਂ ਦੇ ਲਈ ਆਪਾਂ ਸਾਰੇ ਰਲ ਕੇ ਇੱਥੇ ਵਿਚਾਰੀਏ। ਲਾਵਾਂ ਦੀ ਬਾਣੀ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਕੁਝ ਗੱਲਾਂ ਆਪ ਜੀ ਸਾਰਿਆਂ ਨਾਲ ਸਾਂਝੀਆਂ ਕਰਨੀਆਂ ਚਾਹਾਂਗੀ। ਸਭ ਤੋਂ ਪਹਿਲੀ ਗੱਲ ਤਾਂ ਇਹ ਕੱਲ ਵੀਰ ਜੀ ਸਰਬਜੀਤ ਸਿੰਘ ਨੇ ਵੀ ਕਿਹਾ ਸੀ ਕਿ ਸਿੱਖ ਧਰਮ ਦੇ ਵਿੱਚ ਗ੍ਰਹਿਸਥ ਆਸ਼ਰਮ ਨਹੀਂ ਹੈ, ਇਹ ਕੀ ਹੈ? ਇਹ ਧਰਮ ਹੈ। ਐਸਾ ਧਰਮ ਜਿਸ ਦੇ ਵਿੱਚ ਅਰਧ ਸਰੀਰੀ ਇਸਤਰੀ, ਮੋਖ ਦੁਆਰੀ ਇਸਤਰੀ ਦੀ ਗੱਲ ਕੀਤੀ ਗਈ ਹੈ। ਦੂਸਰੀ ਗੱਲ ਕਿ ਆਨੰਦ ਕਾਰਜ ਜਿਸ ਵੇਲੇ ਹੁੰਦਾ ਹੈ ਉਸ ਵੇਲੇ ਲੜਕਾ ਤੇ ਲੜਕੀ, ਬੱਚਾ ਤੇ ਬੱਚੀ ਦੋਨੋਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਬੈਠਦੇ ਨੇ। ਆਨੰਦ ਕਾਰਜ ਦੀ ਆਰੰਭਤਾ ਹੁੰਦੀ ਏ, ਲਾਵਾਂ ਦਾ ਪਾਠ ਕੀਤਾ ਜਾਂਦਾ ਏ, ਲਾਵਾਂ ਦਾ ਕੀਰਤਨ ਕੀਤਾ ਜਾਂਦਾ ਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਲਈ ਜਾਂਦੀ ਹੈ। ਇੱਕ ਗੱਲ ਮੈਂ ਇੱਥੇ ਦੱਸਣਾ ਚਾਹਾਂਗੀ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਕਿ ਗੁਰਬਾਣੀ ਦਾ ਜੋ ਵੀ ਸੰਦੇਸ਼ ਹੈ, ਮੈਂ ਸਿਰਫ ਲਾਵਾਂ ਦੀ ਗੱਲ ਨਹੀਂ ਕਰਦੀ ਪਈ, ਲਾਵਾਂ ਦੀ ਪਰਟੀਕੁਲਰਲੀ ਅੱਜ ਦੇ ਦਿਨ ਵਾਸਤੇ, ਉਹ ਮਰਦ ਤੇ ਇਸਤਰੀ ਦੋਹਾਂ ਵਾਸਤੇ ਸਾਂਝਾ ਵੇ। ਇਹ ਗੱਲ ਮੈਨੂੰ ਇੱਥੇ ਇਸ ਕਰਕੇ ਕਹਿਣੀ ਪੈ ਰਹੀ ਏ ਕਿਉਂਕਿ ਸਮਾਜ ਵਿੱਚ ਵਿਚਰਦਿਆਂ ਕੁਝ ਕੁ ਬਹੁਤ ਗੁਰਸਿੱਖ ਕਹੇ ਜਾਂਦੇ ਪਰਿਵਾਰਾਂ ਦੀ ਇਹ ਸਮੱਸਿਆ ਸਾਹਮਣੇ ਆਈ ਕਿ ਮਰਦ ਐਗਜ਼ੈਂਪਲਸ ਦਿੰਦਾ ਵੇ ਕਿ ਗੁਰਬਾਣੀ ਵਿੱਚ ਔਰਤ ਨੂੰ ਮਰਦ ਦੇ ਅਧੀਨ ਰਹਿਣ ਦਾ ਸਿੰਬਲ ਵਰਤਿਆ ਗਿਆ ਹੈ, ਇਸ ਕਰਕੇ ਔਰਤ ਮਰਦ ਦੇ ਅਧੀਨ ਰਵੇ। ਇਹ ਬੜੇ ਗੁਰਸਿੱਖ ਪਰਿਵਾਰਾਂ ਦੇ ਵਿੱਚ ਵੀ ਇਹ ਸਮੱਸਿਆ ਸਾਹਮਣੇ ਆਈ। ਇਸ ਕਰਕੇ ਮੈਂ ਇੱਥੇ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਲਾਵਾਂ ਬਾਣੀ ਦਾ ਜੋ ਵੀ ਉਪਦੇਸ਼ ਸਾਨੂੰ ਦਿੱਤਾ ਗਿਆ ਹੈ ਇਹ ਮਰਦ ਤੇ ਔਰਤ ਦੋਵਾਂ ਲਈ ਸਾਂਝਾ ਹੈ। ਕਿਉਂਕਿ ਕੱਲ੍ਹ ਵੀ ਭਾਈ ਸਾਹਿਬ ਜੀ ਨੇ ਗੱਲ ਕੀਤੀ ਸੀ ਕਿ ਇਸ ਦੁਨੀਆ ਦੇ ਵਿੱਚ ਮਰਦ ਕੇਵਲ ਇੱਕੋ ਵੇ। ਉਹ ਕੌਣ ਹੈ? ਉਹ ਪ੍ਰਭੂ। ਹੋਰ ਸਗਲੀ ਨਾਗ ਸਬਾਈ। ਅਸੀਂ ਇੱਥੇ ਜਿੰਨੇ ਵੀ ਬੈਠੇ ਹਾਂ, ਅਸੀਂ ਮਰਦ ਜਾਂ ਔਰਤ ਦੇ ਕੱਪੜੇ ਤਾਂ ਪਹਿਨੇ ਹੋਏ ਨੇ, ਬਾਹਰੀ ਤੌਰ 'ਤੇ ਸਾਨੂੰ ਇੱਕ ਅਲੱਗ ਸਰੂਪ ਨਜ਼ਰ ਆਉਂਦਾ ਪਿਆ ਵੇ, ਲੇਕਿਨ ਅਸੀਂ ਹਾਂ ਸਾਰੀਆਂ ਨਾਰੀਆਂ, ਇਸਤਰੀਆਂ ਵਾਂ। ਸੋ ਜੋ ਉਪਦੇਸ਼ ਦਿੱਤਾ ਗਿਆ ਹੈ ਉਹ ਕੇਵਲ ਦੁਨਿਆਵੀ ਤੌਰ 'ਤੇ ਨਜ਼ਰ ਆਉਂਦੀ ਇਸਤਰੀ ਨੂੰ ਨਹੀਂ ਦਿੱਤਾ ਗਿਆ, ਸਗੋਂ ਸਾਡੇ ਸਾਰਿਆਂ ਵਾਸਤੇ ਸਾਂਝਾ ਹੈ। ਇਹ ਫਰਕ ਕੀ ਹੈ ਕਿ ਪਰਮਾਤਮਾ ਸਿਰਫ ਮਰਦ ਹੈ ਕਿਉਂਕਿ ਪਰਮਾਤਮਾ ਅਭੁੱਲ ਹੈ। ਕਿਉਂਕਿ ਇੱਥੇ ਜਦੋਂ ਕਿਹਾ ਜਾਂਦਾ ਹੈ ਕਿ ਅਸੀਂ ਪਰਮਾਤਮਾ ਦੇ ਹੁਕਮ ਵਿੱਚ ਰਹਿਣਾ ਹੈ, ਪਰਮਾਤਮਾ ਅਭੁੱਲ ਹੈ, ਪਰ ਦੁਨਿਆਵੀ ਤੌਰ 'ਤੇ ਨਜ਼ਰ ਆਉਣ ਵਾਲਾ ਮਰਦ ਅਭੁੱਲ ਨਹੀਂ। ਪਰਮਾਤਮਾ ਮਰਦ ਸਾਨੂੰ ਦਿੰਦਾ ਹੀ ਦਿੰਦਾ ਹੈ, ਪਰ ਦੁਨਿਆਵੀ ਮਰਦ ਨੇ ਲੈਣਾ ਹੈ। ਸੋ ਕਦੀ ਵੀ ਆਪਾਂ ਇਹ ਭੁੱਲ ਨਾ ਕਰੀਏ। ਮੈਨੂੰ ਇਸ ਗੱਲ ਉੱਤੇ ਜ਼ੋਰ ਦੇ ਕੇ ਮੈਂ ਆਪਣੀ ਗੱਲ ਆਰੰਭਣ ਤੋਂ ਪਹਿਲਾਂ ਇਸ ਗੱਲ ਨੂੰ ਵਿਸ਼ੇਸ਼ ਤੌਰ 'ਤੇ ਆਪ ਜੀ ਦੇ ਸਾਹਮਣੇ ਰੱਖਿਆ ਹੈ ਕਿਉਂਕਿ ਕੁਝ ਘਰਾਂ ਦੀਆਂ ਸਮੱਸਿਆਵਾਂ ਸਾਡੇ ਸਾਹਮਣੇ ਐਸੀਆਂ ਆਈਆਂ ਜਿੱਥੇ ਕਿ ਗੁਰਸਿੱਖ ਕਹੇ ਜਾਂਦੇ ਪਰਿਵਾਰ ਗੁਰਬਾਣੀ ਦੀਆਂ ਉਦਾਹਰਨਾਂ ਤੁਕਾਂ ਦੇ ਕੇ ਵਰਤ ਕੇ ਐਗਜ਼ੈਂਪਲਸ ਦੇ ਕੇ ਇਸਤਰੀ ਨੂੰ ਆਪਣੇ ਅਧੀਨ ਰਹਿਣ ਦੇ ਲਈ ਕਹਿ ਰਹੇ ਸਨ ਕਿ ਇਸਤਰੀ ਮਰਦ ਦੇ ਹੁਕਮ ਵਿੱਚ ਰਵੇ, ਹੁਕਮ ਵਿੱਚ ਰਹਿਣਾ ਹੈ, ਮੰਨਣਾ ਵੇ ਪਰ ਦੋਨਾਂ ਨੇ ਇੱਕ ਦੂਜੇ ਦਾ ਮੰਨਣਾ ਵੇ। ਇਸ ਕਰਕੇ ਲਾਵਾਂ ਦੇ ਵਿੱਚ ਜੋ ਸਾਨੂੰ ਸੰਦੇਸ਼ ਦਿੱਤਾ ਗਿਆ ਹੈ ਉਹ ਇਸਤਰੀ ਤੇ ਮਰਦ ਦੋਵਾਂ ਵਾਸਤੇ ਸਾਂਝਾ ਹੈ। ਮੈਂ ਹੁਣੇ ਗੱਲ ਕੀਤੀ ਕਿ ਜਦੋਂ ਲਾਵਾਂ ਦਾ ਕੀਰਤਨ ਹੋ ਰਿਹਾ ਹੁੰਦਾ ਹੈ ਤੇ ਬੱਚਾ ਤੇ ਬੱਚੀ ਪਰਿਕਰਮਾ ਕਰਦੇ, ਉਸ ਪਰਿਕਰਮਾ ਕਰਨ ਦਾ ਕੀ ਅਰਥ ਹੈ? ਪਰਿਕਰਮਾ ਕਰਨ ਦਾ ਅਰਥ ਹੈ ਕਿ ਜਿੰਨੇ ਵੀ ਕਦਮ ਅਸੀਂ ਜ਼ਿੰਦਗੀ ਦਾ, ਆਪਾਂ ਇੱਕ ਇੱਕ ਕਦਮ ਲੈ ਕੇ ਪਰਿਕਰਮਾ ਕਰਦੇ ਹਾਂ। ਅਸੀਂ ਜ਼ਿੰਦਗੀ ਦੇ ਜਿੰਨੇ ਵੀ ਕਦਮ ਪੁੱਟਾਂਗੇ, ਭਾਵ ਕੀ ਹੈ ਜਿੰਨੇ ਵੀ ਕਦਮ ਕਰਾਂਗੇ,
ਉਹ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ, ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਦੇਸ਼ ਦਿੰਦੀ ਹੈ, ਸਾਡਾ ਹਰ ਕਦਮ ਉਹਦੇ ਮੁਤਾਬਕ ਹੋਏਗਾ। ਕਿਉਂਕਿ ਦੁਨੀਆ ਦੇ ਵਿੱਚ ਕਦਮ ਸਾਨੂੰ ਕਰਨੇ ਪੈਣੇ ਹੀ ਨੇ, ਕਦਮ ਤੋਂ ਬਿਨਾਂ ਸਾਡੀ ਜ਼ਿੰਦਗੀ ਸੰਭਵ ਨਹੀਂ। ਤੇ ਸਾਡਾ ਹਰ ਕਦਮ ਕਿਹਦੇ ਮੁਤਾਬਕ ਹੋਏਗਾ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ, ਜੋ ਸੰਦੇਸ਼ ਇਹ ਸਾਨੂੰ ਦਿੰਦੀ ਹੈ। ਦੂਜੀ ਗੱਲ ਕਿ ਜਦੋਂ ਪਰਿਕਰਮਾ ਕੀਤੀ ਜਾਂਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੱਜੇ ਹੱਥ ਰੱਖਿਆ ਜਾਂਦਾ ਹੈ। ਉਹ ਸੱਜੇ ਹੱਥ ਰੱਖਣ ਦਾ ਪਰਪਸ ਸਿਰਫ ਤੇ ਸਿਰਫ ਸਤਿਕਾਰ ਵਜੋਂ ਹੈ, ਕਿਉਂਕਿ ਸੱਜਾ ਹੱਥ ਅਸੀਂ ਕਿਸੇ ਨੂੰ ਵੀ ਕਹਿਣਾ ਹੋਵੇ ਤੇ ਅਸੀਂ ਕਹਿੰਦੇ ਉਹ ਸਾਡੀ ਸੱਜੀ ਬਾਂਹ ਹੈ, ਅਸੀਂ ਖੱਬੀ ਬਾਂਹ ਨਹੀਂ ਕਹਿੰਦੇ। ਖੱਬਾ ਜਿਹੜਾ ਵਰਡ ਹੈ ਨਾ, ਇਹ ਲੈਫਟਿਸਟ, ਇਹ ਆਪੋਜੀਸ਼ਨ ਵਾਸਤੇ ਵਰਤਿਆ ਜਾਂਦਾ ਹੈ। ਸੋ ਸੱਜੇ ਹੱਥ ਅਸੀਂ ਸਤਿਕਾਰ ਵਜੋਂ ਪਰਿਕਰਮਾ ਕਰਦੇ ਹਾਂ। ਪਰਮਾਤਮਾ ਸਾਡੀ ਸਹਾਇਤਾ ਹਰ ਵੇਲੇ ਕਰੇਗਾ। ਤੇ ਇੱਕ ਗੱਲ ਹੋਰ ਕਿ ਜਦੋਂ ਵੀ ਲਾਵਾਂ ਦਾ ਪਾਠ ਸੁਣਨਾ ਹੈ, ਬੱਚੇ ਤੇ ਬੱਚੀ ਨੇ ਰਹਿਤ ਮਰਿਆਦਾ ਦੇ ਅਨੁਸਾਰ ਖੜੇ ਹੋ ਕੇ ਸੁਣਨਾ ਹੈ। ਕਿਉਂ? ਕਿਉਂਕਿ ਇਹ ਗੁਰੂ ਦਾ ਹੁਕਮ ਹੈ। ਆਮ ਕਰਕੇ ਅਸੀਂ ਦੇਖਦੇ ਹਾਂ ਕਿ ਆਨੰਦ ਕਾਰਜ ਉੱਤੇ ਜਦੋਂ ਪਾਠ ਪੜ੍ਹਿਆ ਜਾਂਦਾ ਹੈ, ਗੁਰੂ ਗ੍ਰੰਥ ਸਾਹਿਬ ਵਿੱਚੋਂ ਕੀਤਾ ਜਾਂਦਾ ਹੈ, ਤੇ ਬੱਚਾ ਤੇ ਬੱਚੀ ਬੈਠ ਜਾਂਦੇ ਨੇ। ਜਦੋਂ ਫਿਰ ਕੀਰਤਨ ਹੁੰਦਾ ਉਹ ਖੜੇ ਹੁੰਦੇ ਨੇ ਮੱਥਾ ਟੇਕ ਕੇ ਤੇ ਫਿਰ ਪਰਿਕਰਮਾ ਕਰਦੇ ਨੇ। ਪਰ ਰਹਿਤ ਮਰਿਆਦਾ ਦੇ ਮੁਤਾਬਕ ਬੱਚਾ ਤੇ ਬੱਚੀ ਨੂੰ ਖੜੇ ਹੋ ਕੇ ਪਾਠ ਸੁਣਨਾ ਚਾਹੀਦਾ ਹੈ। ਅਗਲੀ ਗੱਲ ਜਿਹੜੀ ਮੈਂ ਇੱਕ ਕਹਿਣ ਲੱਗੀ ਹਾਂ ਲਾਵਾਂ ਦੀ ਵਿਆਖਿਆ ਕਰਨ ਤੋਂ ਪਹਿਲਾਂ, ਕਿ ਇਹ ਜਿਹੜਾ ਸਾਡਾ ਗ੍ਰਸਥ ਜੀਵਨ ਹੈ ਨਾ, ਇਟ ਇਜ਼, ਮੈਂ ਇਹਨੂੰ ਇੱਕ ਤੁਲਨਾ ਦਿੰਦੀ ਹਾਂ ਕਿ ਇਟ ਇਜ਼ ਅ ਲੈਬੋਰਟਰੀ। ਲੈਬੋਰਟਰੀ ਵਿੱਚ ਅਸੀਂ ਕੀ ਕਰਦੇ ਹਾਂ? ਐਕਸਪੈਰੀਮੈਂਟ ਕਰਦੇ ਹਾਂ। ਕੱਲ ਗਿਆਨੀ ਸਾਹਿਬ ਸਿੰਘ ਜੀ ਨੇ ਇੱਕ ਗੱਲ ਕੀਤੀ ਸੀ, ਇਸ਼ਕ ਮਜ਼ਾਜੀ ਤੇ ਇਸ਼ਕ ਹਕੀਕੀ ਦੀ, ਦੁਨਿਆਵੀ ਪਿਆਰ ਤੇ ਰੱਬ ਨਾਲ ਪਿਆਰ। ਇੱਕ ਗੱਲ ਸਾਨੂੰ ਬੜੇ ਸਪਸ਼ਟ ਸ਼ਬਦਾਂ ਵਿੱਚ ਸਮਝ ਲੈਣੀ ਚਾਹੀਦੀ ਹੈ ਕਿ ਜਿਹੜੇ ਗੁਣ, ਜਿਹੜੀਆਂ ਚੀਜ਼ਾਂ ਸਾਨੂੰ ਇਸ਼ਕ ਮਜ਼ਾਜੀ, ਇਸ਼ਕ ਦੁਨਿਆਵੀ ਲਈ ਚਾਹੀਦੀਆਂ ਨੇ ਨਾ, ਉਹੀ ਸਾਰੇ ਸਾਨੂੰ ਗੁਣ ਕਿਹਦੇ ਵਾਸਤੇ ਚਾਹੀਦੇ ਨੇ? ਇਸ਼ਕ ਹਕੀਕੀ ਵਾਸਤੇ। ਪਰਮਾਤਮਾ ਦੇ ਦਰ ਤੇ ਪਹੁੰਚਣ ਲਈ ਜਿਹੜੇ ਗੁਣਾਂ ਦੀ ਸਾਨੂੰ ਲੋੜ ਹੈ, ਉਹੀ ਗੁਣ ਸਾਨੂੰ ਕਿੱਥੇ ਚਾਹੀਦੇ ਨੇ? ਆਪਣਾ ਸੰਸਾਰਕ ਜੀਵਨ ਜਿਉਣ ਵਾਸਤੇ। ਸੋ ਗ੍ਰਸਥ ਜੀਵਨ ਦੇ ਵਿੱਚ ਅਸੀਂ ਐਕਸਪੈਰੀਮੈਂਟ ਇਹ ਕਰਨਾ ਹੈ, ਅਸੀਂ ਆਪਸ ਵਿੱਚ ਮਿਲ ਜੁਲ ਕੇ ਕਿਵੇਂ ਰਹਿਣਾ ਵੇ, ਅਸੀਂ ਏਕ ਜੋਤ ਦੋਏ ਮੂਰਤੀ ਕਿਵੇਂ ਹੋਣਾ ਹੈ। ਜੇ ਹਸਬੈਂਡ ਐਂਡ ਵਾਈਫ ਏਕ ਜੋਤ ਦੋਏ ਮੂਰਤੀ ਦੀ ਅਵਸਥਾ ਤੇ ਪਹੁੰਚ ਜਾਣਗੇ ਤਾਂ ਪਰਮਾਤਮਾ ਦੀ ਜੋਤੀ ਜੋਤ ਰਲੀ ਵਾਲੀ ਅਵਸਥਾ ਤੱਕ ਪਹੁੰਚਣਾ ਉਹਨਾਂ ਨੂੰ ਔਖਾ ਨਹੀਂ ਹੋਵੇਗਾ। ਇਟ ਇਜ਼ ਅ ਪ੍ਰੈਪਰੇਸ਼ਨ। ਇਹ ਸਾਨੂੰ ਇੱਕ ਤਿਆਰੀ ਕਰਵਾਈ ਜਾ ਰਹੀ ਹੈ। ਜਿੱਥੇ ਸਾਡੇ ਅੰਦਰ ਕਮੀ ਰਹਿੰਦੀ ਹੈ ਹਸਬੈਂਡ ਵਾਈਫ ਦੀ ਆਪਸੀ ਐਡਜਸਟਮੈਂਟ ਦੇ ਵਿੱਚ, ਉਸ ਐਡਜਸਟਮੈਂਟ ਨੂੰ ਅਸੀਂ ਕਿਵੇਂ ਕਰਨਾ ਹੈ, ਕਿੱਥੇ ਕਿੱਥੇ ਕਮੀ ਰਹੀ ਹੈ, ਕਿਹੜੇ ਕਿਹੜੇ ਸਾਡੇ ਅੰਦਰ ਕਮਜ਼ੋਰੀਆਂ ਰਹੀਆਂ ਨੇ, ਉਹਨਾਂ ਕਮਜ਼ੋਰੀਆਂ ਨੂੰ ਦੂਰ ਕਰ ਲਵਾਂਗੇ, ਸਾਡੀ ਆਪਸੀ ਏਕਤਾ ਹੋ ਜਾਏਗੀ, ਤਾਂ ਫਿਰ ਪਰਮ ਆਤਮਾ ਦੇ ਨਾਲ ਏਕਤਾ ਹੋਣੀ ਸੌਖੀ ਹੋ ਜਾਏਗੀ। ਸੋ ਇਟ ਇਜ਼ ਅ ਵੇ। ਇਹ ਸਾਡੇ ਰਸਤੇ ਦੇ ਵਿੱਚ ਸਾਨੂੰ ਇੱਕ ਤਿਆਰੀ ਦੀ ਜਗ੍ਹਾ ਦਿੱਤੀ ਗਈ ਹੈ, ਇੱਕ ਪ੍ਰਯੋਗ ਕਰਨ ਦੀ ਜਗ੍ਹਾ ਦਿੱਤੀ ਗਈ ਹੈ ਕਿ ਅਸੀਂ ਰਲ ਕੇ ਕਿਵੇਂ ਇਕੱਠੇ ਰਹਿਣਾ ਹੈ। ਤੇ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਐਕਸਪੈਰੀਮੈਂਟ ਕਰਦੇ ਹਾਂ, ਸਾਡੇ ਕੋਲੋਂ ਗਲਤੀਆਂ ਵੀ ਹੋ ਜਾਂਦੀਆਂ ਨੇ। ਗਲਤੀਆਂ ਮੀਨਸ ਆਪਸ ਵਿੱਚ ਐਡਜਸਟਮੈਂਟ ਵਿੱਚ ਕਿਸੇ ਵੇਲੇ ਪ੍ਰੋਬਲਮ ਵੀ ਆਉਂਦੀ ਹੈ, ਪਰ ਉਸ ਦਾ ਅਸੀਂ ਕੀ ਕਰਨਾ ਹੈ ਕਿ ਉਸ ਪ੍ਰੋਬਲਮ ਨੂੰ ਠੀਕ ਕਰਨਾ ਹੈ। ਇਹ ਨਹੀਂ ਕਰਨਾ ਕਿ ਉਸ ਪ੍ਰੋਬਲਮ ਨੂੰ ਪਾਸੇ ਰੱਖ ਕੇ ਅਸੀਂ ਨਵਾਂ ਐਕਸਪੈਰੀਮੈਂਟ ਸ਼ੁਰੂ ਕਰ ਦਈਏ। ਉਸ ਐਕਸਪੈਰੀਮੈਂਟ ਦੇ ਵਿੱਚ ਫਿਰ ਅਸੀਂ ਮਾਰ ਖਾਵਾਂਗੇ, ਕਿਉਂਕਿ ਸਾਨੂੰ ਪਿਛਲੇ ਐਕਸਪੈਰੀਮੈਂਟ ਦੀ ਗਲਤੀ ਤਾਂ ਠੀਕ ਕਰਨ ਦਾ ਅਸੀਂ ਜਾਚ ਹੀ ਨਹੀਂ ਸਿੱਖੀ। ਸੋ ਇਸ ਕਰਕੇ ਇਸ ਗ੍ਰਸਥ ਜੀਵਨ ਦੇ ਵਿੱਚ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਕੇ ਰਲ ਮਿਲ ਕੇ ਅਸੀਂ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਨਾਲ ਏਕ ਜੋਤ ਦੋਏ ਮੂਰਤੀ ਵਾਲੀ ਅਵਸਥਾ ਤੱਕ ਪਹੁੰਚਾਉਣਾ ਹੈ। ਇਹ ਮੈਂ ਥੋੜ੍ਹੀਆਂ ਜਿਹੀਆਂ ਮੁੱਢਲੀਆਂ ਬੇਨਤੀਆਂ ਆਪ ਜੀ ਨੂੰ ਕਰਨੀਆਂ ਸਨ, ਕਿਉਂਕਿ ਜਦੋਂ ਅਸੀਂ ਲਾਵਾਂ ਦੀ ਵਿਆਖਿਆ ਕਰਾਂਗੇ ਤਾਂ ਉਸ ਦੇ ਵਿੱਚ ਸਾਨੂੰ ਇਹਨਾਂ ਗੱਲਾਂ ਨੂੰ ਸਾਹਮਣੇ ਰੱਖਣਾ ਬੜਾ ਜ਼ਰੂਰੀ ਹੋਵੇਗਾ। ਮੈਂ ਸਿਰਫ 5-7 ਮਿੰਟ ਦੇ ਵਿੱਚ ਇੱਕ ਇੱਕ ਨੁਕਤਾ ਲੈ ਕੇ ਇੱਕ ਇੱਕ ਲਾਮ ਦੀ ਗੱਲ ਕਰਕੇ ਤੇ ਫਿਰ ਅਖੀਰ ਤੇ ਜਾ ਕੇ ਸਮੁੱਚਾ ਭਾਵ ਤੁਹਾਨੂੰ ਦੱਸਾਂਗੀ। ਪਹਿਲੀ ਲਾਮ ਦੀ ਗੱਲ ਆ ਜਾਂਦੀ ਹੈ ਕਿ ਪਦਵਿਰਤੀ ਕਦਮ ਦ੍ਰਿੜਾਇਆ ਬਲਰਾਮ ਜੀਓ। ਪਦਵਿਰਤੀ ਤੇ ਨਿਵਿਰਤੀ ਇਹ ਦੋ ਚੀਜ਼ਾਂ ਨੇ। ਪਦਵਿਰਤ ਹੈ ਕਿ ਅਸੀਂ ਦੁਨੀਆ ਦੇ ਸਾਰੇ ਕਾਰ ਵਿਹਾਰ ਕਰਦਿਆਂ ਹੋਇਆਂ ਇਸ ਦੁਨੀਆ ਦੇ ਲੇਪ ਤੋਂ ਨਿਰਲੇਪ ਰਹਿਣਾ ਹੈ, ਉਹਨੂੰ ਨਿਵਿਰਤੀ ਸਾਨੂੰ ਸਮਝ ਹੋਣੀ ਚਾਹੀਦੀ ਹੈ ਕਿ ਪਦਵਿਰਤ ਦੇ ਵਿੱਚ ਵੀ ਅਸੀਂ ਨਿਵਿਰਤ
ਕਿਵੇਂ ਹੋਣਾ ਹੈ। ਸੰਨਿਆਸੀ ਲੋਕ ਚਲੇ ਜਾਂਦੇ ਨੇ ਜੰਗਲਾਂ ਦੇ ਵਿੱਚ, ਅਸੀਂ ਦੁਨੀਆ ਛੱਡ ਦਿੱਤੀ, ਪਰ ਗੁਰੂ ਸਾਹਿਬ ਨੇ ਸਾਨੂੰ ਕੀ ਕਿਹਾ ਵੇ ਕਿ ਅਸੀਂ ਪਵਿੱਤ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ, ਗ੍ਰਸਥ ਜੀਵਨ ਭੋਗਦਿਆਂ ਹੋਇਆਂ ਅਸੀਂ ਕਰਮ ਕਰਨੇ ਨੇ। ਇਸ ਇਸਲਾਮ ਦੇ ਵਿੱਚ ਸਾਨੂੰ 2 ਗੱਲਾਂ ਉੱਤੇ ਜ਼ੋਰ ਦਿੱਤਾ ਗਿਆ ਹੈ। ਪਹਿਲੀ ਗੱਲ ਤਾਂ ਇਹ ਕਿ ਹਾਲਾਤ ਕੁਝ ਵੀ ਹੋਣ, ਸਮੱਸਿਆਵਾਂ ਰਸਤੇ ਵਿੱਚ ਆਉਂਦੀਆਂ ਰਹਿਣ, ਪਰ ਅਸੀਂ ਕਰਮ ਕਰਦੇ ਰਹਿਣਾ ਹੈ। ਪਦਵਿਰਤੀ ਕਦਮ ਉੱਤੇ ਜ਼ੋਰ ਦਿੱਤਾ ਹੈ। ਉਹ ਕਦਮ ਸਾਡੇ ਕਿਹੜੇ ਹੋਣ? ਆਪਸੀ ਏਕੇ ਦੇ, ਇੱਕ ਦੂਜੇ ਦੇ ਸਤਿਕਾਰ ਦੇ। ਤੇ ਦੂਜੀ ਗੱਲ ਜਿਹੜੀ ਦੱਸੀ ਗਈ ਹੈ ਉਹ ਵੇ ਕਿ ਧਰਮ ਦ੍ਰਿੜੋ ਤੇ ਪਾਪ ਤਜਾਓ। ਹੁਣ ਧਰਮ ਕੀ ਹੈ? ਕੱਲ ਵੀ ਭਾਈ ਸਾਹਿਬ ਨੇ ਥੋੜੀ ਜਿਹੀ ਹਿੰਟ ਦਿੱਤਾ ਸੀ ਕਿ ਜਦੋਂ ਅਸੀਂ ਆਪਣੇ ਯੋਗ ਫਰਜ਼ ਦੀ ਅਦਾਇਗੀ ਕਰਦੇ ਹਾਂ, ਪਾਲਣਾ ਕਰਦੇ ਹਾਂ, ਤਾਂ ਉਹ ਕੀ ਹੈ? ਧਰਮ। ਸਾਡਾ ਮਾਤਾ ਪਿਤਾ ਪ੍ਰਤੀ ਕੀ ਫਰਜ਼ ਹੈ, ਆਂਢ ਗੁਆਂਢ ਪ੍ਰਤੀ ਕੀ ਫਰਜ਼ ਹੈ, ਜਿੱਥੇ ਡਿਊਟੀ ਕਰਦੇ ਹਾਂ, ਜਦੋਂ ਇਹ ਸਾਰੇ ਫਰਜ਼ਾਂ ਦੀ ਅਸੀਂ ਪਹਿਚਾਣ ਕਰ ਲੈਂਦੇ ਹਾਂ ਤਾਂ ਸਮਝੋ ਅਸੀਂ ਧਰਮ ਨੂੰ ਦ੍ਰਿੜ ਕਰ ਲਿਆ ਹੈ। ਜਿਸ ਵੇਲੇ ਧਰਮ ਨੂੰ ਦ੍ਰਿੜ ਕਰ ਲਵਾਂਗੇ ਤੇ ਉਸ ਵੇਲੇ ਪਾਪ ਯਾਨੀ ਮੰਦ ਕਰਮ, ਅਧਰਮ ਆਪਣੇ ਆਪ ਮਿਟ ਜਾਵੇਗਾ ਤੇ ਧਰਮ ਨਿਭੇਗਾ। ਤਦ ਇਸੇ ਲਾਮ ਦੇ ਵਿੱਚ ਮੈਂ ਸਾਰੀਆਂ ਲਾਵਾਂ ਦਾ ਪਾਠ ਨਹੀਂ ਕਰਾਂਗੀ। ਜੇ ਸਾਨੂੰ ਹਰ ਹਰ ਮਿੱਠਾ ਲੱਗੇ, ਜੇ ਸਾਨੂੰ ਹਰੀ ਦਾ ਨਾਮ ਮਿੱਠਾ ਲੱਗਦਾ ਹੈ ਤੇ ਹਰੀ ਦਾ ਨਾਮ ਮਿੱਠਾ ਕਿਵੇਂ ਲੱਗੇਗਾ? ਸਿਮਰਨ ਦੁਆਰਾ। ਸੋ ਪਹਿਲੀ ਲਾਮ ਦੇ ਵਿੱਚ ਸਾਨੂੰ ਗੱਲ ਕੀ ਕਹੀ ਗਈ ਹੈ ਕਿ ਹਾਲਾਤ ਕੁਝ ਵੀ ਹੋਣ, ਅਸੀਂ ਕਰਮ ਕਰਦੇ ਰਹਿਣਾ ਹੈ। ਰਸਤੇ ਦੀਆਂ ਔਕੜਾਂ ਜਿੰਨੀਆਂ ਮਰਜ਼ੀ ਹੋਣ, ਅਸੀਂ ਅੱਗੇ ਵਧਣ ਤੋਂ ਪਿੱਛੇ ਨਹੀਂ ਹਟਣਾ। ਧਰਮ ਦੀ ਪਾਲਣਾ ਕਰਨੀ ਹੈ। ਧਰਮ ਕੀ ਹੈ? ਫਰਜ਼ਾਂ ਦੀ ਅਦਾਇਗੀ ਕਰਾਂਗੇ ਤਾਂ ਅਧਰਮ ਪਾਪ ਤੋਂ ਆਪੇ ਹੀ ਛੁਟਕਾਰਾ ਹੋ ਜਾਏਗਾ। ਪਰ ਧਰਮ ਨਿਭੇਗਾ ਤਦ ਜੇ ਸਾਨੂੰ ਹਰੀ ਮਿੱਠਾ ਲੱਗੇਗਾ ਤੇ ਹਰੀ ਮਿੱਠਾ ਲੱਗੇਗਾ ਸਿਮਰਨ ਦੇ ਦੁਆਰਾ। ਸੋ ਪਹਿਲੀ ਲਾਮ ਦੀ ਬਰੀਫ ਜਿਹੀ ਮੈਂ ਤੁਹਾਨੂੰ ਭਾਵ ਅਰਥ ਦੱਸਿਆ ਕਿ ਪਹਿਲੀ ਲਾਮ ਦੇ ਵਿੱਚ ਗੱਲ ਇਹ ਕੀਤੀ ਗਈ ਹੈ ਕਿ ਸਿਮਰਨ ਦੁਆਰਾ ਅਸੀਂ ਜਦੋਂ ਹਰੀ ਨਾਲ ਜੁੜ ਜਾਵਾਂਗੇ, ਅਸੀਂ ਧਰਮ ਵੀ ਨਿਭਾ ਸਕਾਂਗੇ ਤੇ ਅਸੀਂ ਕਰਮ ਵੀ ਕਰ ਸਕਾਂਗੇ। ਦੂਜੀ ਲਾਮ ਦੇ ਵਿੱਚ ਗੱਲ ਕੀਤੀ ਗਈ ਹੈ ਕਿ ਦੰਪਤੀ ਜੀਵਨ ਦੀ ਸਫਲਤਾ ਦਾ ਆਧਾਰ ਜਿਹੜਾ ਹੈ ਨਾ, ਨਿਰਭਉ ਭਏ ਗੱਲ ਆਂਦੀ ਹੈ ਗੁਰਚਰਨੀ ਲਾਗੇ। ਤੇ ਦੂਜੀ ਗੱਲ ਕਿਹੜੀ ਆਂਦੀ ਹੈ? ਨਿਰਭਉ ਨਿਰਮਲ ਭਉ ਦੀ ਗੱਲ। 2 ਗੱਲਾਂ ਉਹਦੇ ਵਿੱਚ ਆਉਂਦੀਆਂ ਨੇ। ਪਹਿਲੀ ਗੱਲ ਨਿਰਭਉ ਭਉ। ਹੁਣ ਸਾਨੂੰ ਸਮਝਣ ਦੀ ਲੋੜ ਹੈ, ਨਿਰਭਉ ਤੇ ਭਉ ਦੋਨੋਂ ਚੀਜ਼ਾਂ ਇਕੱਠੀਆਂ ਆ ਗਈਆਂ। ਪਰਮਾਤਮਾ ਨਿਰਭਉ ਵੇ, ਜਿਸ ਵੇਲੇ ਅਸੀਂ ਉਹਦੇ ਨਾਲ ਜੁੜ ਜਾਵਾਂਗੇ ਤਾਂ ਅਸੀਂ ਵੀ ਨਿਰਭਉ ਹੋ ਜਾਵਾਂਗੇ। ਸਾਨੂੰ ਦੁਨੀਆ ਦਾ ਡਰ ਨਹੀਂ ਰਹੇਗਾ ਕਿਉਂਕਿ ਅਸੀਂ ਕੋਈ ਗਲਤ ਕੰਮ ਕਰਾਂਗੇ ਹੀ ਨਹੀਂ। ਪਰ ਸਾਡੇ ਅੰਦਰ ਫੇਰ ਵੀ ਭਉ ਹੋਵੇਗਾ। ਉਹ ਕਿਹੜਾ ਹੋਵੇਗਾ? ਪਰਮਾਤਮਾ ਦਾ ਭਉ। ਉਹ ਨਿਰਮਲ ਭਉ ਹੋਵੇਗਾ। ਨਿਰਮਲ ਭਉ ਦੇ ਵਿੱਚ ਸਾਨੂੰ ਇੱਕ ਦੂਜੇ ਦਾ ਡਰ ਵੀ ਹੁੰਦਾ ਤੇ ਇੱਕ ਦੂਜੇ ਦਾ ਸਤਿਕਾਰ ਵੀ ਹੁੰਦਾ, ਇੱਕ ਦੂਜੇ ਦੀ ਸ਼ਰਮ ਵੀ ਹੁੰਦੀ ਹੈ। ਸੋ ਦੰਪਤੀ ਜੀਵਨ ਵਿੱਚ ਜਿਸ ਵੇਲੇ ਇੱਕ ਦੂਜੇ ਦੀ ਸ਼ਰਮ ਹੋਵੇ, ਇੱਕ ਦੂਜੇ ਦਾ ਸਤਿਕਾਰ ਹੋਵੇ, ਜੇ ਇਹ ਸਤਿਕਾਰ ਇੱਕ ਦੂਜੇ ਲਈ ਰਹੇਗਾ ਤਾਂ ਕੀ ਹੋਏਗਾ? ਸਾਡਾ ਹਰ ਜੀਵ ਵਾਸਤੇ ਸਤਿਕਾਰ ਹੋ ਜਾਵੇਗਾ। ਸਾਨੂੰ ਸਤਿਕਾਰ ਦੀ, ਪਿਆਰ ਦੀ, ਨਿਰਮਲ ਭਉ ਦੀ ਇੱਕ ਆਦਤ ਜਿਹੀ ਪੈ ਜਾਵੇਗੀ। ਪਰ ਇਹ ਹੋਏਗੀ, ਇਹ ਪਏਗੀ ਤਾਂ ਜੇ ਸਾਨੂੰ ਨਜ਼ਰ ਆਵੇਗਾ ਕਿ ਹਰ ਆਤਮ ਰਾਮ ਪਸਰਿਆ ਸੁਆਮੀ ਸਰਬ ਦਇਆ ਭਰਪੂਰੇ। ਰੱਬ ਸਾਨੂੰ ਸਾਰੇ ਪਾਸੇ ਜੇ ਨਜ਼ਰ ਆਵੇਗਾ ਨਾ ਤੇ ਸਾਡੇ ਅੰਦਰ ਨਿਰਮਲ ਭਉ ਵੀ ਆ ਜਾਏਗਾ ਤੇ ਨਿਰਭਉ ਭਉ ਵੀ ਅਸੀਂ ਹੋ ਜਾਵਾਂਗੇ। ਸੋ ਇਹ ਵਿਚਾਰ ਹੈ ਸੰਖੇਪ ਵਿੱਚ ਦੂਜੀ ਲਾਮ ਦੇ। ਤੀਜੀ ਲਾਮ ਦੇ ਵਿਚਾਰ ਵਿੱਚ ਜਿਹੜੀ 2 ਸ਼ਬਦ ਸਾਡੇ ਪਾਸ ਮੁੱਖ ਤੌਰ ਤੇ ਆਉਂਦੇ ਨੇ, ਜੇ ਅਸੀਂ ਖੁਸ਼ ਜੀਵਨ ਜੀਣਾ ਚਾਹੁੰਦੇ ਹਾਂ, ਮਨ ਚਾਓ ਭਇਆ ਬੈਰਾਗੀਆ। ਹੁਣ ਚਾਓ ਵੀ ਹੈ ਤੇ ਬੈਰਾਗ ਵੀ ਹੈ। ਆਮ ਕਰਕੇ ਅਸੀਂ ਬੈਰਾਗ ਕਹਿ ਦਿੰਦੇ ਹਾਂ ਜੀ ਵਿਛੋੜਾ ਹੈ, ਬਿਰਹਾ ਹੈ। ਪਰ ਬੈਰਾਗ ਦਾ ਇੱਕ ਭਾਵ ਇਹ ਵੀ ਹੁੰਦਾ ਵੇ ਕਿ ਦੁਨਿਆਵੀ ਚੀਜ਼ਾਂ ਨਾਲ ਸਾਡਾ ਪ੍ਰੇਮ ਨਾ ਹੋਵੇ, ਅਸੀਂ ਵਰਤੀਏ ਪਰ ਉਹਦੇ ਮੋਹ ਵਿੱਚ ਨਾ ਫਸੀਏ। ਜਿਸ ਵੇਲੇ ਮਨੁੱਖ ਤੀਜੀ ਲਾਮ ਤੱਕ ਪਹੁੰਚਦਾ ਵੇ, ਉਸ ਦੀ ਅਵਸਥਾ ਉੱਥੇ ਤੱਕ ਪਹੁੰਚਦੀ ਏ, ਮਨ ਵਿੱਚ ਖੁਸ਼ੀ ਆਉਂਦੀ ਏ, ਦੁਨਿਆਵੀ ਚੀਜ਼ਾਂ ਨਾਲੋਂ ਪ੍ਰੇਮ ਉਸ ਦਾ ਟੁੱਟ ਜਾਂਦਾ ਹੈ ਤੇ ਉਹ ਬੈਰਾਗ ਪੈਦਾ ਕਿਹਦੇ ਵਾਸਤੇ ਹੁੰਦਾ ਵੇ? ਉਸ ਪ੍ਰਭੂ ਵਾਸਤੇ ਜਿਹਦੇ ਨਾਲ ਅਸੀਂ ਅਲਟੀਮੇਟ ਇਕਮਿਕਤਾ ਕਰਨੀ ਹੈ। ਇਹੀ ਚੀਜ਼ ਸਾਡੇ ਕਿੱਥੇ ਲਾਗੂ ਹੁੰਦੀ ਏ? ਦੁਨਿਆਵੀ ਜੀਵਨ ਵਿੱਚ। ਜਿਸ ਵੇਲੇ ਸਾਡੇ ਅੰਦਰ ਪਤੀ ਪਤਨੀ ਦਾ ਆਪਸ ਵਿੱਚ ਇੱਕ ਨਿਰਮਲ ਭਉ ਪੈਦਾ ਹੋ ਜਾਏਗਾ, ਮਨ ਵਿੱਚ ਫਿਰ ਚਾਓ ਆਵੇਗਾ
ਤੇ ਫਿਰ ਮਨ ਵਿੱਚ ਜਦੋਂ ਚਾਹੋ ਆਵੇਗਾ, ਪ੍ਰੇਮ ਤਾਂ ਹੋਵੇਗਾ, ਪਰ ਸਾਡਾ ਉਹਦੇ ਵਿੱਚ ਅਸੀਂ ਖਚਿਤ ਨਹੀਂ ਹੋਵਾਂਗੇ। ਪਰ ਇਹ ਗੱਲ ਸਾਨੂੰ ਪਤਾ ਲੱਗਦੀ ਕਿੱਥੋਂ ਹੈ, ਸਮਝ ਕਿੱਥੋਂ ਆਉਂਦੀ ਹੈ? ਇਸ ਅਵਸਥਾ ਤੱਕ ਪਹੁੰਚਣ ਵਾਸਤੇ ਸਾਨੂੰ ਲੋੜ ਪੈਂਦੀ ਹੈ ਭਲੇ ਪੁਰਸ਼ਾਂ ਦੀ, ਜਿਸ ਨੂੰ ਗੁਰੂ ਸਾਹਿਬ ਨੇ ਸੰਤ ਜਨ ਕਿਹਾ ਹੈ। ਸੰਤ ਜਨਾਂ ਹਰ ਮੇਲ, ਸੰਤ ਜਨਾਂ ਨਾਲ ਮੇਲ ਹੋਏਗਾ। ਤੇ ਸੰਤ ਕੌਣ ਹੈ? ਅਸੀਂ ਗੁਰਬਾਣੀ ਦੀ ਰੋਸ਼ਨੀ 'ਚ ਦੇਖੀਏ ਤਾਂ ਸੰਤ ਗੁਰੂ ਨੂੰ ਵੀ ਕਿਹਾ ਜਾਂਦਾ ਹੈ। ਸੋ ਗੁਰੂ ਸਾਡਾ ਕੌਣ ਹੈ? ਗੁਰਬਾਣੀ। ਗੁਰਬਾਣੀ ਦੀ ਰੋਸ਼ਨੀ ਵਿੱਚ ਜੀਵਨ ਜੀਵਾਂਗੇ ਤਾਂ ਮਨ ਵਿੱਚ ਚਾਉ ਵੀ ਆਵੇਗਾ, ਨਿਰਮਲ ਭਉ ਵੀ ਆਵੇਗਾ, ਨਿਰਭਉ ਭਉ ਵੀ ਹੋ ਜਾਵਾਂਗੇ ਤੇ ਕਰਮ ਵੀ ਚੰਗੇ ਕਰਨ ਲੱਗ ਪਵਾਂਗੇ। ਧਰਮ ਵੀ ਦ੍ਰਿੜ ਹੋ ਜਾਏਗਾ, ਪਾਪ ਵੀ ਖਤਮ ਹੋ ਜਾਣਗੇ। ਚੌਥੀ ਅਵਸਥਾ ਜਿਹੜੀ ਸਾਡੇ ਪਾਸ ਆ ਜਾਂਦੀ ਹੈ ਚੌਥੀ ਲਾਮ ਦੇ ਵਿੱਚ, ਉਹਦੇ ਵਿੱਚ ਕਿਹੜੀ ਚੀਜ਼ ਸਾਹਮਣੇ ਆਉਂਦੀ ਹੈ? ਸਹਿਜ ਦੀ। ਮਨ ਸਹਿਜ ਭਇਆ। ਸਹਿਜ ਦਾ ਮਤਲਬ ਕੀ ਹੁੰਦਾ ਹੈ? ਕਿ ਸਾਡਾ ਜੀਵਨ ਉਲਾਵ ਨਾ ਹੋਵੇ, ਇੱਕ ਪਾਸੇ ਨਾ ਹੋਵੇ ਕਿ ਕਦੀ ਤਾਂ ਅਸੀਂ ਬਹੁਤ ਜ਼ਿਆਦਾ ਜਜ਼ਬਾਤੀ ਹੋ ਜਾਈਏ, ਕਦੀ ਅਸੀਂ ਸਿਰਫ ਦਿਮਾਗ ਨਾਲ ਹੀ ਸੋਚੀਏ, ਕਦੀ ਅਸੀਂ ਕੀ ਹੋਵੇ ਕਿ ਅਸੀਂ ਇੱਕ ਪਾਸੇ ਵੱਲ ਦੀ ਗੱਲ ਕਰ ਦਈਏ। ਕਦੀ ਆਪਾਂ ਟਾਂਗੇ ਤੇ ਬਹਿੰਦੇ ਆ ਨਾ, ਜੇ ਇੱਕ ਪਾਸੇ ਭਾਰ ਜ਼ਿਆਦਾ ਹੋ ਜਾਏ ਤਾਂ ਟਾਂਗਾ ਉਲਾਦ ਹੋ ਜਾਂਦਾ ਹੈ, ਸਵਾਰੀ ਉਲਾਦ ਹੋ ਜਾਂਦੀ ਹੈ, ਚਾਹੇ ਉਹ ਸਕੂਟਰ ਹੋਵੇ ਜਾਂ ਕੋਈ ਵੀ ਹੋਵੇ। ਸਾਡਾ ਜੀਵਨ ਉਲਾਦ ਵਿੱਚ ਨਾ ਹੋਵੇ। ਅਸੀਂ ਦਿਮਾਗ ਤੋਂ ਵੀ ਕੰਮ ਲਈਏ, ਅਸੀਂ ਜਜ਼ਬਾਤ ਤੋਂ ਵੀ ਕੰਮ ਲਈਏ, ਅਸੀਂ ਮਾਨਸਿਕ ਤੌਰ 'ਤੇ ਵੀ ਅਲਰਟ ਹੋਈਏ, ਅਸੀਂ ਆਤਮਿਕ ਤੌਰ 'ਤੇ ਵੀ ਅਲਰਟ ਹੋਈਏ। ਇਹਨੂੰ ਅਸੀਂ ਕਹਿ ਦਿੰਦੇ ਹਾਂ ਸਹਿਜ ਦੀ ਅਵਸਥਾ। ਤੇ ਇਹ ਅਵਸਥਾ ਤਾਂ ਪੈਦਾ ਹੋਵੇਗੀ ਜੇ ਕੀ ਹੋਵੇਗਾ? ਧਨ ਹਿਰਦੇ ਨਾਮ ਵਿਗਾਸੀ। ਜੇ ਜੀਵ ਇਸਤਰੀ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਵੇਗਾ, ਉਹ ਪ੍ਰਭ ਅਬਨਾਸੀ ਦੀ ਉਸ ਨੂੰ ਪਹਿਚਾਨ ਹੋ ਜਾਵੇਗੀ। ਤੇ ਅਨ ਦਿਨ ਹਰ ਲਿਵ ਲਾਈ, ਅਨ ਦਿਨ ਹਰ ਵੇਲੇ ਦਿਨ ਰਾਤ ਅਸੀਂ ਉਸ ਪ੍ਰਭੂ ਦੇ ਨਾਲ ਸਾਡੀ ਲਿਵ ਜਿਹੜੀ ਹੈ ਉਹ ਲੱਗੀ ਰਹੇਗੀ। ਇਹ ਅਵਸਥਾ ਆਏਗੀ ਜਦੋਂ ਅਸੀਂ, ਮੈਂ ਇੱਕ ਵਾਰੀ ਸਾਰੀਆ ਸਿਰਫ ਇੱਕ ਸਿੰਗਲ ਸੈਂਟੈਂਸ ਦੇ ਵਿੱਚ ਇਸ ਨੂੰ ਰਿਪੀਟ ਕਰਨਾ ਚਾਹਾਂਗੀ ਕਿ ਜੇ ਅਸੀਂ ਸਹਿਜ ਵਾਲਾ ਜੀਵਨ ਜਿਉਣਾ ਚਾਹੁੰਦੇ ਹਾਂ, ਜੇ ਅਸੀਂ ਸੁਖੀ ਜੀਵਨ ਜਿਉਣਾ ਚਾਹੁੰਦੇ ਹਾਂ, ਤਾਂ ਫਿਰ ਕੀ ਹੈ ਕਿ ਇਹਦੀਆਂ 4 ਸ਼ਰਤਾਂ ਨੇ ਜਿਹੜੀਆਂ ਸਾਨੂੰ ਪੂਰੀਆਂ ਕਰਨੀਆਂ ਪੈਣਗੀਆਂ। ਉਹਨਾਂ ਸ਼ਰਤਾਂ ਵਿੱਚ ਪਹਿਲੀ ਆ ਜਾਏਗੀ ਧਰਮ ਦ੍ਰਿੜੋ। ਦੂਜੀ ਸ਼ਰਤ ਆਵੇਗੀ ਇੱਕ ਦੂਜੇ ਦਾ ਸਤਿਕਾਰ, ਨਿਰਮਲ ਭਉ। ਤੇ ਨਾਲ ਤੀਜੇ ਵਿੱਚ ਕੀ ਆ ਜਾਏਗੀ? ਜਦੋਂ ਅਸੀਂ ਮਨ ਵਿੱਚ ਚਾਹ ਪੈਦਾ ਹੋਏਗਾ ਤਾਂ ਦੂਜੇ ਵਾਸਤੇ ਅਸੀਂ ਕੁਰਬਾਨੀ ਵੀ ਕਰਨ ਦੇ ਲਈ ਤਿਆਰ ਹੋਵਾਂਗੇ। ਤੇ ਚੌਥੀ ਸਾਡੇ ਪਾਸ ਕਿਹੜੀ ਆ ਜਾਏਗੀ? ਸਹਿਜ ਵਿੱਚ ਰਹਿਣਾ। ਜੇ ਇਹ 4 ਗੁਣ ਸਾਡੇ ਅੰਦਰ ਆ ਜਾਣਗੇ ਲਾਵਾਂ ਦੇ ਮੁਤਾਬਕ ਜੋ ਸਾਨੂੰ ਗੁਰੂ ਸਾਹਿਬ ਨੇ ਕਿਹਾ ਹੈ, ਤਾਂ ਸਾਡਾ ਜੀਵਨ ਸੁਖੀ ਜੀਵਨ ਹੋਏਗਾ, ਆਨੰਦਮਈ ਹੋਵੇਗਾ। ਤੇ ਫਿਰ ਸਾਨੂੰ ਕਿਧਰੇ ਇੱਧਰ ਉੱਧਰ ਭਟਕਣ ਦੀ ਲੋੜ ਨਹੀਂ ਪਏਗੀ। ਤੇ ਇੱਕ ਗੱਲ ਮੈਂ ਕਹਿ ਰਹੀ ਹਾਂ ਕਿ ਜਿਹੜੇ ਜਿਵੇਂ ਵੀਰ ਜੀ ਦੱਸ ਰਹੇ ਸਨ ਕਿ ਸਾਡੇ ਪਾਸ ਬੜੇ ਸਵਾਲ ਆਉਂਦੇ ਪਏ ਨੇ, ਅੱਜ ਜਿਹੜੇ ਸਵਾਲ ਸਾਡੇ ਪਾਸ ਆਉਂਦੇ ਪਏ ਨੇ ਸਿਰਫ ਇਸੇ ਕਰਕੇ ਆਉਂਦੇ ਪਏ ਨੇ ਕਿ ਅਸੀਂ ਲਾਵਾਂ ਦੀ ਬਾਣੀ ਦੇ ਭਾਵ ਨਹੀਂ ਸਮਝ ਸਕੇ, ਅਸੀਂ ਗੁਰਬਾਣੀ ਦੇ ਭਾਵ ਨਹੀਂ ਸਮਝ ਸਕੇ, ਉਹਦੇ ਮੁਤਾਬਕ ਜੀਵਨ ਨਹੀਂ ਜੀਉ ਸਕੇ। ਨਹੀਂ ਤੇ ਜੇ ਸਾਡੇ ਮਨ ਵਿੱਚ ਕੋਈ ਸ਼ੰਕਾ ਪੈਦਾ ਹੋਵੇ ਤੇ ਜਵਾਬ ਦੇਣ ਵਾਸਤੇ ਸਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਈ ਹੈ। ਸੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਿਹੜਾ ਜੋੜਾ, ਜਿਹੜਾ ਬੱਚਾ ਤੇ ਬੱਚੀ ਜਾਂ ਅਸੀਂ ਸਾਰੇ, ਅਸੀਂ ਹੁਣ ਇਸ ਅਵਸਥਾ ਵਿੱਚ ਵੀ ਪਹੁੰਚ ਕੇ ਸਾਡੀ ਕਈ ਵਾਰੀ ਆਪਸ ਦੇ ਵਿੱਚ ਪ੍ਰੋਬਲਮਸ ਕ੍ਰੀਏਟ ਹੋ ਜਾਂਦੀਆਂ ਨੇ। ਅਸੀਂ ਇੱਕ ਦੂਜੇ ਨਾਲ ਡਿਫਰ ਕਰਦੇ ਹਾਂ, ਇੱਕ ਦੂਜੇ ਨਾਲ ਨਾਰਾਜ਼ ਹੋ ਜਾਂਦੇ ਹਾਂ। ਇਹ ਨਾਰਾਜ਼ਗੀਆਂ ਸਿਰਫ ਤੇ ਸਿਰਫ ਇਸ ਕਰਕੇ ਨੇ ਕਿ ਅਸੀਂ ਆਪਣੇ ਗੁਰਬਾਣੀ ਦੇ ਜੀਵਨ ਦੇ ਅਨੁਸਾਰ ਆਪਣਾ ਜੀਵਨ ਜਿਹੜਾ ਵੇ ਉਸ ਨੂੰ ਨਹੀਂ ਜੀ ਰਹੇ। ਤੇ ਹੁਣੇ ਇੱਥੇ ਗੱਲ ਹੋ ਰਹੀ ਸੀ ਕਿ ਮੱਥਾ ਟੇਕਣ ਦਾ ਭਾਵ ਕੇਵਲ ਮੱਥਾ ਟੇਕਣਾ, ਸਿਰ ਝੁਕਾਉਣਾ ਨਹੀਂ ਹੈ, ਉਸ ਦਾ ਹੁਕਮ ਵੀ ਮੰਨਣਾ ਵੇ। ਸੋ ਜੇ ਅਸੀਂ ਲਾਵਾਂ ਬਾਣੀ ਦੇ ਮੁਤਾਬਕ ਜਿਹੜੀ ਕਿ ਜਿਸ ਦਿਨ ਅਸੀਂ ਇਸ ਗ੍ਰਸਥ ਜੀਵਨ ਵਿੱਚ ਪ੍ਰਵੇਸ਼ ਕਰਦੇ ਹਾਂ ਸਾਨੂੰ ਉਸੇ ਦਿਨ ਸੁਣਾਈ ਜਾਂਦੀ ਹੈ, ਜੇ ਉਸ ਦੇ ਭਾਵ ਸਮਝ ਕੇ ਉਹਦੇ ਮੁਤਾਬਕ ਦੋਨੋਂ ਪਤੀ ਤੇ ਪਤਨੀ ਆਪਣਾ ਜੀਵਨ ਜਿਉਣ ਤੇ ਇਸ ਸਮਾਜ ਦੇ ਵਿੱਚੋਂ ਸਮੱਸਿਆਵਾਂ ਦਾ ਖਾਤਮਾ ਹੋ ਜਾਏਗਾ। ਜੇ ਖੁਸ਼ਹਾਲ ਪਰਿਵਾਰ ਹੋਵੇਗਾ ਤੇ ਖੁਸ਼ਹਾਲ ਸਮਾਜ ਹੋਵੇਗਾ, ਕਿਉਂਕਿ ਪਰਿਵਾਰ ਸਭ ਤੋਂ ਛੋਟੀ ਇਕਾਈ ਹੈ ਸਮਾਜ ਦੀ। ਇਹਦਾ ਖੁਸ਼ਹਾਲ ਹੋਣਾ ਬਹੁਤ ਜ਼ਰੂਰੀ ਹੈ। ਸੋ ਅਰਦਾਸ ਕਰੀਏ ਗੁਰੂ ਸਾਹਿਬ ਅੱਗੇ ਕਿ ਸਾਨੂੰ ਇਹ ਸੋਝੀ ਬਖਸ਼ਣ ਕਿ ਅਸੀਂ ਗੁਰਮਤਿ ਮੁਤਾਬਕ ਆਪਣਾ ਸੰਸਾਰਕ ਵੀ ਤੇ ਅਧਿਆਤਮਕ ਵੀ
ਦੋ ਜੀਵਨ ਅਸੀਂ ਗੁਰਮਤਿ ਮੁਤਾਬਕ ਜੀ ਸਕੀਏ ਤੇ ਇੱਕ ਸੰਸਾਰ ਦੇ ਸਾਹਮਣੇ ਇੱਕ ਐਗਜ਼ੈਂਪਲ ਬਣ ਸਕੀਏ। ਸੋ ਇਹ ਥੋੜ੍ਹੇ ਜਿਹੇ ਸ਼ਬਦਾਂ ਵਿੱਚ, ਵੈਸੇ ਤਾਂ ਭਾਈ ਸਾਹਿਬ ਨੇ ਕਿਹਾ ਸੀ ਕਿ ਘੰਟਾ ਡੇਢ ਲੱਗ ਜਾਂਦਾ ਜੇ ਅਸੀਂ ਲਾਵਾਂ ਦੀ ਬਾਣੀ ਦੀ ਵਿਚਾਰ ਕਰਨ ਲੱਗੀਏ, ਪਰ ਸਮੇਂ ਦੀ ਪਾਬੰਦੀ ਨੂੰ ਸਾਹਮਣੇ ਰੱਖਦਿਆਂ ਹੋਇਆਂ ਬਹੁਤ ਸੰਖੇਪ ਵਿੱਚ ਮੈਂ ਉਸ ਦਾ ਭਾਵ ਆਪ ਜੀ ਦੇ ਸਾਹਮਣੇ ਰੱਖਿਆ ਹੈ। ਸੋ ਗੁਰੂ ਬਖਸ਼ਿਸ਼ ਕਰੇ ਸਾਨੂੰ ਸਾਰਿਆਂ ਨੂੰ ਇਸ ਸਹੀ ਮਾਰਗ ਉੱਤੇ ਚੱਲਣ ਦੀ ਸਮਰੱਥਾ ਬਖਸ਼ੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨਾ ਜੀ। ਤੇ ਆਓ ਹੁਣ ਆਪਾਂ ਅਗਲਾ ਪ੍ਰੋਗਰਾਮ ਜੋ ਹੈ ਉਹ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀਓ, ਇੱਕ ਵਾਰੀ ਫਿਰ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦਮਈ ਪਰਿਵਾਰਕ ਜੀਵਨ ਸਿਰਜਣ ਲਈ ਅੱਜ ਦੂਸਰੇ ਦਿਨ ਸਾਡੇ ਪਾਸ ਬਹੁਤ ਹੀ ਗੁਰੂ ਬਖਸ਼ਿਸ਼ ਨਾਲ ਸੰਵਾਰੇ ਨਿਵਾਜੇ ਵਿਦਵਾਨਾਂ ਦਾ ਪੈਨਲ ਆਪ ਜੀ ਦੇ ਸਾਹਮਣੇ ਹਾਜ਼ਰ ਹੈ। ਔਰ ਬੜਾ ਮਨ ਖੁਸ਼ ਹੋ ਰਿਹਾ ਕਿ ਸੰਗਤ ਬਹੁਤ ਸਾਰੇ ਸਵਾਲ ਵੀ ਕਰ ਰਹੀ ਹੈ ਔਰ ਬਹੁਤ ਸਾਰੇ ਸੁਝਾਅ ਵੀ ਭੇਜ ਰਹੀ ਹੈ। ਮੈਂ ਬੇਨਤੀ ਕਰਾਂ, ਇਸ ਹਾਲ ਦੇ ਵਿੱਚ ਇੱਕ ਕੋਟ ਪਾ ਕੇ 3-4 ਵਲੰਟੀਅਰਸ ਘੁੰਮ ਰਹੇ ਹਨ। ਕੇਵਲ ਇਸ ਪੈਨਲ ਨੇ ਸਵਾਲਾਂ ਦੇ ਜਵਾਬ ਨਹੀਂ ਦੇਣੇ। ਸੰਗਤ ਨੂੰ ਲੱਗੇ ਕਿ ਇਹ ਗੱਲ ਰਹਿ ਗਈ ਜਾਂ ਇਹ ਗੱਲ ਇਸ ਤਰ੍ਹਾਂ ਵੀ ਕਹੀ ਜਾ ਸਕਦੀ ਹੈ, ਅਤੇ ਆਪ ਜੀ ਬਾਹਰ ਕਾਪੀ ਪੈਨ ਉਪਲਬਧ ਹਨ। ਆਪ ਜੀ ਉਹ ਲੈ ਕੇ ਸਿਰਫ ਆਪਣੀ ਜਿੱਥੇ ਅਸੀਂ ਬੈਠੇ ਹਾਂ ਉੱਥੇ ਹੀ ਥੋੜ੍ਹਾ ਇਸ਼ਾਰਾ ਕਰੋਗੇ ਅਤੇ ਵਲੰਟੀਅਰਸ ਆਪ ਜੀ ਕੋਲੋਂ ਸਵਾਲ ਲੈ ਕੇ ਸਾਨੂੰ ਸਟੇਜ 'ਤੇ ਭੇਜ ਦੇਣਗੇ। ਸਵਾਲ ਵੀ ਅਤੇ ਫੀਡਬੈਕ ਵੀ। ਇਹ ਅਜਿਹਾ ਇੱਕ ਸਮਾਗਮ ਬਣ ਜਾਵੇ ਕਿ ਇਹ ਜੋ ਸਵਾਲ ਸਾਡੇ ਕੋਲ ਆਏ ਹਨ ਇਹਨਾਂ ਦੇ ਜਵਾਬ ਸਾਰੀ ਸੰਗਤ ਰਲ ਕੇ ਦੇ ਰਹੀ ਹੋਵੇ। ਅਜਿਹਾ ਉਪਰਾਲਾ ਕਰੀਏ। ਅਸੀਂ ਕੋਸ਼ਿਸ਼ ਕਰਾਂਗੇ ਕਿ ਆਪ ਜੀ ਦੀ ਜਿਹੜੀਆਂ ਸਲਿੱਪਸ ਆਉਣਗੀਆਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਸਕੀਏ। ਮੈਂ ਇੱਕ ਵਾਰੀ ਫਿਰ ਬੇਨਤੀ ਕਰਾਂਗਾ, ਜੋ ਘਰਾਂ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਸਰਵਣ ਕਰ ਰਹੇ ਹਨ, ਉਹ ਆਪਣਾ ਕੁਝ ਵਿਚਾਰ ਦੇਣਾ ਚਾਹੁੰਦੇ ਹਨ, ਚਾਹੇ ਉਹ SMS ਕਰ ਦੇਣ, ਚਾਹੇ ਫੋਨ ਕਰ ਦੇਣ। ਸਾਡਾ ਨੰਬਰ ਹੈ 978 133 9898 978 133 9898। ਸੋ ਇਹਨਾਂ ਨੰਬਰਾਂ 'ਤੇ ਘਰ ਬੈਠੀ ਸੰਗਤ ਵੀ ਸਾਰੇ ਪੰਜਾਬ ਦੀ ਜੋ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ, ਉਹ ਆਪ ਜੀ ਆਪਣੇ ਸੁਝਾਅ ਦੇ ਸਕਦੇ ਹੋ। ਔਰ ਜੋ ਇਹ ਸਾਰਾ ਸਵਾਲਾਂ ਦਾ ਜਵਾਬ ਦਾ ਸਿਲਸਿਲਾ ਹੈ, ਅਸੀਂ 3 ਹਿੱਸਿਆਂ 'ਚ ਵੰਡਿਆ ਹੈ। ਪਹਿਲੇ ਹਨ ਸਾਡੇ ਕੋਲ ਜਨਰਲ ਕੁਐਸਚਨਸ, ਦੂਸਰੇ ਹਨ ਪਰਸਨਲ ਕੁਐਸਚਨਸ। ਕਈਆਂ ਨੇ ਆਪਣੇ ਘਰ ਦੀ ਵਿਥਿਆ ਸੁਣਾਈ ਹੈ ਵੀ ਇਸ ਤਰ੍ਹਾਂ ਹੋ ਰਿਹਾ ਅਤੇ ਹੁਣ ਕੀ ਕਰੀਏ। ਸੋ ਉਹ ਪਰਸਨਲ ਕੁਐਸਚਨਸ ਦੇ ਵਿੱਚ ਆ ਜਾਣਗੇ। ਪਹਿਲਾਂ ਅਸੀਂ ਜਨਰਲ ਕੁਐਸਚਨਸ ਦਾ ਆਨਸਰ ਦਿਆਂਗੇ, ਉਸ ਤੋਂ ਬਾਅਦ ਜਿੰਨਾ ਸਮਾਂ ਬਚ ਸਕਿਆ ਉਹਨਾਂ ਪਰਸਨਲ ਕੁਐਸਚਨਸ 'ਤੇ ਵੀ ਕੁਝ ਚਾਨਣ ਪਾਉਣ ਦਾ ਯਤਨ ਹੋਵੇਗਾ। ਅਤੇ ਤੀਸਰਾ ਹੋਵੇਗਾ ਰੀਅਲ ਲਾਈਫ ਐਕਸਪੀਰੀਅੰਸਿਸ, ਕਿ ਅਸੀਂ ਆਪਣੇ ਪਰਿਵਾਰ 'ਚ ਐਵੇਂ ਕੀਤਾ ਅਤੇ ਸੁੱਖ ਸ਼ਾਂਤੀ ਆ ਗਈ, ਤਾਂ ਜੋ ਅਸੀਂ ਬਾਕੀ ਸਾਰੇ ਵੀ ਜੇ ਉਹਦੇ ਵਿੱਚੋਂ ਕੋਈ ਗੱਲ ਅਪਣਾ ਸਕਦੇ ਹਾਂ ਅਤੇ ਉਹ ਅਪਣਾ ਲਈਏ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਬੇਨਤੀ ਕਰਾਂਗਾ ਕਿ ਸਾਡੇ ਕੋਲ ਜੋ ਪੈਨਲ ਵਿੱਚ ਸਭ ਤੋਂ ਪਹਿਲਾਂ ਪ੍ਰੋਫੈਸਰ ਬਲਵਿੰਦਰਪਾਲ ਸਿੰਘ ਜੀ, ਆਪ ਜੀ ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ ਇਕਨੋਮਿਕਸ ਵਿਭਾਗ ਦੇ ਮੁਖੀ ਹਨ। ਸਾਡਾ ਵਿਰਸਾ ਸਾਡਾ ਗੌਰਵ ਮੈਗਜ਼ੀਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ 1972 ਤੋਂ ਚੱਲ ਰਿਹਾ ਮੈਗਜ਼ੀਨ ਹੈ, ਅਤੇ ਸ਼ੁਰੂ ਤੋਂ ਹੀ ਪ੍ਰੋਫੈਸਰ ਬਲਵਿੰਦਰਪਾਲ ਸਿੰਘ ਜੀ ਇਹਦੇ ਸੰਪਾਦਕ ਰਹੇ ਹਨ। ਸਾਡੇ ਵਰਗਿਆਂ ਕਈਆਂ ਨੂੰ ਇਹਨਾਂ ਨੇ ਘੜਿਆ ਹੈ, ਤਿਆਰ ਕੀਤਾ ਹੈ, ਔਰ ਸਾਰੇ ਸੰਸਾਰ ਦੇ ਵਿੱਚ ਇਹਨਾਂ ਦੀ ਲਿਖਤ ਬਹੁਤ ਸਾਰੀਆਂ ਕਿਤਾਬਾਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਜੀ ਦੀ ਇੱਕ ਕਿਤਾਬ ਛਾਪੀ ਹੈ ਕਿ ਸਿੱਖ ਕਦਰਾਂ ਕੀਮਤਾਂ, ਜੋ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਨੈਤਿਕ ਅਤੇ ਅਰਥਚਾਰੇ ਦੀ ਜੋ ਗੱਲ ਹੈ ਇਕਨੋਮਿਕਸ ਦੀ, ਉਹ ਪੁਸਤਕ ਸ਼੍ਰੋਮਣੀ ਕਮੇਟੀ ਨੇ ਵੀ ਛਾਪੀ ਹੈ। ਸੋ ਸਾਡੇ ਅੱਜ ਦੇ ਇਸ ਪੈਨਲ ਦੇ ਵਿੱਚ ਪ੍ਰੋਫੈਸਰ ਬਲਵਿੰਦਰਪਾਲ ਸਿੰਘ ਜੀ, ਉਹਨਾਂ ਦੇ ਨਾਲ ਬੈਠੇ ਹਨ ਡਾਕਟਰ ਹਰਪ੍ਰੀਤ ਕੌਰ ਜੀ। ਆਪ ਜੀ ਦਿੱਲੀ ਦੇ ਸਫਦਰਜੰਗ ਹੌਸਪੀਟਲ, ਜੋ ਏਸ਼ੀਆ ਦਾ ਸਭ ਤੋਂ ਵੱਡਾ ਹੌਸਪੀਟਲ ਹੈ, ਉਹਦੇ ਵਿੱਚ ਡਾਕਟਰ ਹਨ, MD ਹਨ। ਡਾਕਟਰ ਹਰਪ੍ਰੀਤ ਕੌਰ ਜੀ ਦਿਲ ਅੱਜ ਸਾਡੇ ਕੋਲ ਚੰਡੀਗੜ੍ਹ ਤੋਂ ਭੈਣ ਜੀ ਹਰਜਿੰਦਰ ਕੌਰ ਜੀ ਨੇ ਆਉਣਾ ਸੀ, ਪਰ ਕਿਸੇ ਮੁਸ਼ਕਿਲ ਕਰਕੇ ਉਹ ਨਹੀਂ ਆ ਸਕੇ, ਅਤੇ ਕੁਦਰਤੀ ਦਿੱਲੀ ਤੋਂ ਇਹ ਡਾਕਟਰ ਸਾਹਿਬ ਇੱਥੇ ਆਏ ਹੋਏ ਸਨ। ਅਸੀਂ ਇਹਨਾਂ ਨੂੰ ਬੇਨਤੀ ਕੀਤੀ ਅਤੇ ਇਹਨਾਂ ਨੇ ਹਾਮੀ ਭਰੀ ਕਿ ਇਹ ਸਾਡੇ ਨਾਲ ਇਸ ਪੈਨਲ ਦੇ ਵਿੱਚ ਸੱਜਣਗੇ। ਸੋ ਆਪ ਜੀ ਦਾ ਸਵਾਗਤ। ਇਹਨਾਂ ਦੇ ਨਾਲ ਡਾਕਟਰ ਮੁਕਤਿੰਦਰ ਸਿੰਘ ਜੀ, ਆਪ ਜੀ MD ਹੋਮਿਓਪੈਥੀ ਹਨ ਅਤੇ
ਮਾਡਲ ਟਾਊਨ ਐਕਸਟੈਂਸ਼ਨ ਦੇ ਵਿੱਚ ਹੋਮਿਓ ਕੇਅਰ ਨਾਮ 'ਤੇ ਆਪ ਜੀ ਨੇ ਸੁਣਿਆ ਹੋਏਗਾ, ਬਹੁਤ ਸੋਹਣਾ ਹੋਮਿਓਪੈਥੀ ਦਾ ਕਲੀਨਿਕ ਜਿਹਦੇ 'ਚ ਬੜੀ ਸਾਇੰਟੀਫਿਕਲੀ ਤਰੀਕੇ ਦੇ ਨਾਲ ਇਹ ਮੈਡੀਸਨਸ ਦਿੰਦੇ ਹਨ। ਉਹ ਹੋਮਿਓ ਕਲੀਨਿਕ ਆਪ ਜੀ ਹੋਮਿਓ ਕੇਅਰ ਚਲਾ ਰਹੇ ਹਨ। ਅਤੇ ਨਾਲ ਦੀ ਨਾਲ ਡਾਕਟਰ ਮੁਕਤਿੰਦਰ ਸਿੰਘ ਜੀ ਮਿਸ਼ਨ ਪੈਗਾਮੇ ਸ਼ਬਦ ਗੁਰੂ, ਬਹੁਤ ਪਿਆਰੀ ਇੱਕ ਸੰਸਥਾ ਸ਼ਬਦ ਗੁਰੂ ਦਾ ਪ੍ਰਚਾਰ ਕਰਨ ਲਈ ਬਣਾਈ ਹੈ। ਬੜੀ ਪਿਆਰੀ ਇਹਦੀ ਵੈਬਸਾਈਟ ਹੈ। ਗਿਆਨੀ ਕੁਲਵੰਤ ਸਿੰਘ ਜੀ ਜਿਨ੍ਹਾਂ ਨੇ ਕੱਲ੍ਹ ਸਾਡੇ ਨਾਲ ਵਿਚਾਰ ਸਾਂਝੇ ਕਰਨੇ ਹਨ, ਉਹ ਇਸ ਮਿਸ਼ਨ ਨੂੰ ਚਲਾ ਰਹੇ ਹਨ। ਸੋ ਡਾਕਟਰ ਸਾਹਿਬ ਇਸ ਸਮੇਂ ਸਾਡੇ ਨਾਲ ਹਾਜ਼ਰ ਹਨ। ਆਪ ਸਾਰਿਆਂ ਦਾ ਸਵਾਗਤ। ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਤਿੰਨੇ ਵਿਦਵਾਨਾਂ ਨੂੰ ਕਿ ਥੋੜ੍ਹੇ ਜਿਹੇ ਸ਼ਬਦ ਇਸ ਜੋ ਅੱਜ ਦਾ ਥੀਮ ਹੈ ਕਿ ਇਤਿਹਾਸ ਅਤੇ ਗੁਰਬਾਣੀ ਦੇ ਚਾਨਣ ਵਿੱਚ ਸਾਡੇ ਘਰਾਂ ਵਿੱਚ ਕਿਵੇਂ ਆਨੰਦਮਈ ਪਰਿਵਾਰਕ ਜੀਵਨ, ਹੈਪੀ ਫੈਮਿਲੀ ਲਾਈਫ ਬਣ ਸਕੇ, ਸਾਡੇ ਘਰਾਂ ਦੇ ਕਲਹ ਕਲੇਸ਼ ਘੱਟ ਜਾਣ, ਮਿਟ ਜਾਣ, ਹਾਰਮਨੀ ਇਨ ਦਾ ਫੈਮਿਲੀ ਹੋ ਜਾਵੇ, ਜਾਂ ਅਸੀਂ ਕਿਵੇਂ ਚੰਗੇ ਜਵਾਈ ਬਣੀਏ, ਕਿਵੇਂ ਚੰਗੀ ਨੂੰਹ ਬਣੀਏ, ਕਿਵੇਂ ਚੰਗੇ ਪਤੀ, ਚੰਗੀ ਪਤਨੀ ਜਾਂ ਚੰਗਾ ਸਹੁਰਾ ਪਰਿਵਾਰ ਕਿਵੇਂ ਬਣੀਏ। ਇਹ ਜੋ ਥੀਮ ਹੈ ਕਿ ਰਿਲੇਸ਼ਨਸ਼ਿਪ ਪ੍ਰੋਬਲਮਸ ਜਿਹੜੀਆਂ ਆ ਰਹੀਆਂ ਹਨ ਉਹ ਗੁਰਬਾਣੀ ਦੇ ਚਾਨਣ ਦੇ ਵਿੱਚ ਅਸੀਂ ਹੱਲ ਕਰ ਸਕੀਏ। ਮੈਂ ਬੇਨਤੀ ਕਰਾਂਗਾ ਤਿੰਨਾਂ ਵਿਦਵਾਨਾਂ ਨੂੰ ਕਿ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਇਸ ਥੀਮ ਦੀ ਆਰੰਭਤਾ ਕਰਨ ਅਤੇ ਉਪਰੰਤ ਅਸੀਂ ਸਵਾਲ ਜਵਾਬ ਲਵਾਂਗੇ। ਸਭ ਤੋਂ ਪਹਿਲਾਂ ਪ੍ਰੋਫੈਸਰ ਬਲਵਿੰਦਰਪਾਲ ਸਿੰਘ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜੀ ਬੈਠੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੋਹਣਾ ਸੁੰਦਰ ਸੁਚੱਜਾ ਇਹ ਕਾਰਜਕ੍ਰਮ ਚੱਲ ਰਿਹਾ ਹੈ। ਉਸ ਦੇ ਅੰਤਰਗਤ ਜਿਸ ਤਰ੍ਹਾਂ ਹੁਕਮ ਹੋਇਆ ਹੈ, ਕੁਝ ਵਿਚਾਰ ਪ੍ਰਾਰੰਭਕ ਜਿਹੜੇ ਨੇ ਆਪ ਜੀ ਨਾਲ ਸਾਂਝੇ ਕਰਾਂਗੇ। ਉਸ ਤੋਂ ਬਾਅਦ ਪ੍ਰਸ਼ਨ ਉੱਤਰ ਜਿਹੜੇ ਹਨ ਉਹ ਉਸ ਦਾ ਸਿਲਸਿਲਾ ਚੱਲੇਗਾ। ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਜਦੋਂ ਅੱਗੋਂ ਉਹਨਾਂ ਨੇ ਗੁਰਗੱਦੀ ਦਿੱਤੀ ਬਾਬਾ ਗੁਰੂ ਅੰਗਦ ਦੇਵ ਜੀ ਨੂੰ, ਤਾਂ ਬਾਬਾ ਸ਼੍ਰੀ ਚੰਦ ਜੀ ਨੇ ਚੋਣ ਕੀਤੀ ਕਿ ਉਦਾਸੀ ਸੰਪਰਦਾ ਚਲਾਈ ਜਾਵੇ। ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਨਹੀਂ, ਕਿਉਂਕਿ ਸਿੱਖ ਧਰਮ ਦਾ ਇਹ ਮੰਨਣਾ ਹੈ ਕਿ ਗ੍ਰਸਤਨ ਮੈਂ ਤੂੰ ਵੱਡੋ ਗ੍ਰਸਤੀ, ਅਕਾਲ ਪੁਰਖ ਜਿਹੜਾ ਹੈ ਉਹ ਆਪ ਬਹੁਤ ਵੱਡਾ ਗ੍ਰਸਤੀ ਹੈ, ਅਤੇ ਗ੍ਰਸਤ ਧਰਮ ਜਿਹੜਾ ਹੈ ਉਹ ਚਲਾਉਣਾ ਹੈ, ਦੁਨੀਆ ਦੇ ਵਿੱਚ ਵਿਚਰਨਾ ਹੈ, ਔਰ ਅਸੀਂ ਸੰਸਾਰ ਦੇ ਵਿੱਚ ਖੁਸ਼ਹਾਲੀ ਲੈ ਕੇ ਆਉਣੀ ਹੈ, ਔਰ ਮਾਨਵਤਾ, ਮਨੁੱਖਤਾ, ਹਿਊਮੈਨਿਟੀ ਦਾ ਜੋ ਸਿਲਸਿਲਾ ਹੈ ਉਸ ਨੂੰ ਸਦੀਆਂ ਤੱਕ ਅੱਗੇ ਜਾ ਕੇ ਲੈ ਕੇ ਜਾਣਾ ਹੈ। ਇਹ ਸੋਸ਼ਲ ਟੈਸਟ ਧਰਮ ਦਾ ਹੈ। ਗੁਰੂ ਨਾਨਕ ਸਾਹਿਬ ਨੇ ਉਸ ਟੈਸਟ ਦੇ ਉੱਤੇ ਸਿੱਖ ਧਰਮ ਨੂੰ ਪਾਇਆ, ਔਰ 10 ਗੁਰੂ ਸਾਹਿਬਾਨ ਨੇ ਔਰ ਪੰਥ ਨੇ ਇਹ ਜ਼ਿੰਮੇਵਾਰੀ ਲਈ ਹੈ ਕਿ ਉਹ ਸਮਾਜਿਕ ਜਿਹੜਾ ਟੈਸਟ ਹੈ ਉਹਦੇ ਉੱਤੇ ਸਿੱਖ ਧਰਮ ਜਿਹੜਾ ਉਹਨੂੰ ਹਰ ਤਰ੍ਹਾਂ ਨਾਲ ਪੂਰਾ ਕਰਨਾ ਹੈ। ਔਰ ਸੰਸਥਾ ਨੇ, ਸੁਕਿਰਤ ਨੇ, ਬਾਕੀ ਸੰਸਥਾਵਾਂ ਨੇ ਮਿਲ ਕੇ ਇਹ ਜਿਹੜਾ ਯਤਨ ਕੀਤਾ ਹੈ, ਇਹ ਬਹੁਤ ਹੀ ਸੁਚੱਜਾ ਉੱਦਮ ਹੈ ਤਾਂ ਕਿ ਅਸੀਂ ਗੁਰਬਾਣੀ ਦੇ ਵਿੱਚ ਜੋ ਸਾਨੂੰ ਸੇਧ ਦਿੱਤੀ ਗਈ ਹੈ, ਉਹ ਸੰਸਾਰ ਵਿੱਚ ਆਉਣ ਵਾਲੀਆਂ ਜੋ ਸਮੱਸਿਆਵਾਂ ਹਨ ਉਹਨੂੰ ਅਸੀਂ ਨਜਿੱਠਣ ਲਈ ਅਸੀਂ ਆਪਣੇ ਆਪ ਨੂੰ ਉਸ ਦੇ ਯੋਗ ਬਣਾ ਸਕੀਏ। ਤੋ ਸੰਖੇਪ ਦੇ ਵਿੱਚ ਮੈਂ 2-4 ਗੱਲਾਂ ਕਰਕੇ ਸਮਾਪਤੀ ਕਰਾਂਗਾ ਕਿ ਸਾਨੂੰ ਨਾ ਰਿਐਕਸ਼ਨਸ ਜਿਹੜੇ ਨੇ ਉਹ ਕਰਨ ਦੀ ਆਦਤ ਜ਼ਿਆਦਾ ਪੈ ਜਾਂਦੀ ਹੈ, ਜਿਹਦੇ ਕਰਕੇ ਸਾਡਾ ਜੀਵਨ ਜਿਹੜਾ ਉਹਦੇ ਵਿੱਚ ਸਮੱਸਿਆਵਾਂ ਆਉਂਦੀਆਂ ਨੇ, ਔਰ ਅਸੀਂ ਸਮੀਕਰਨ ਜਦੋਂ ਚੇਂਜ ਹੁੰਦੇ ਨੇ ਉਹਦੇ ਮੁਤਾਬਕ ਆਪਣੇ ਆਪ ਨੂੰ ਚੇਂਜ ਕਰਨ ਦੇ ਵਿੱਚ ਲੇਟ ਹੋ ਜਾਂਦੇ ਹਾਂ, ਔਰ ਅਸੀਂ ਅਕਹਿਰੇ ਜੀਵਨ ਦੇ ਆਦੀ ਹੋ ਜਾਂਦੇ ਹਾਂ। ਆਦਤਾਂ ਅਨੁਸਾਰ ਹੀ ਅਸੀਂ ਚਾਹੁੰਦੇ ਹਾਂ ਕਿ ਸਾਰੇ ਲੋਕ ਉਸੇ ਤਰ੍ਹਾਂ ਵਿਹਾਰ ਕਰਨ, ਉਹਦੇ ਵਿੱਚ ਸਾਨੂੰ ਫਿਰ ਸਮੱਸਿਆਵਾਂ ਆਉਂਦੀਆਂ ਨੇ। ਔਰ ਇੱਕ ਗੱਲ ਗੁਰਬਾਣੀ ਦੇ ਵਿੱਚ ਔਰ ਦੁਨੀਆ ਭਰ ਦੇ ਵਿੱਚ ਲੋਕ ਮੰਨਦੇ ਨੇ, ਵਿਦਵਾਨ ਮੰਨਦੇ ਨੇ ਕਿ ਜੀਵਨ ਜਿਹੜਾ ਹੈ ਇਕੱਲਾ ਪਦਾਰਥ ਦੇ ਨਾਲ ਸੁਖੀ ਨਹੀਂ ਹੋ ਸਕਦਾ। ਉਹਦੇ ਵਿੱਚ ਜੋ ਆਰਟ ਹੈ, ਕਲਾ ਹੈ, ਕਲਾ ਜਿਹੜੀ ਹੈ ਉਹ ਆਰਟ ਵੀ ਹੈ ਅਤੇ ਕਲਾ ਕਲੇਸ਼ ਵੀ ਹੁੰਦੀ ਹੈ। ਔਰ ਕਲੈਸ਼ ਜਿਹੜਾ ਇੰਗਲਿਸ਼ ਦਾ ਸ਼ਬਦ ਹੈ, ਕਲੇਸ਼ ਪੰਜਾਬੀ ਦਾ ਸ਼ਬਦ ਹੈ। ਕਲੈਸ਼ ਅਤੇ ਕਲੇਸ਼ ਹੋ ਸਕਦਾ ਪੁਰਾਣੇ ਬਜ਼ੁਰਗਾਂ ਨੇ ਉਹੀ ਸ਼ਬਦ ਅੱਗੇ ਜਾ ਕੇ ਲਿਆਂਦਾ ਹੋਵੇ, ਬਹੁਤ ਸਾਰੇ ਸ਼ਬਦ ਐਸੇ ਹੈਗੇ ਨੇ। ਤੋ ਸਾਇੰਸ, ਮਿਊਜ਼ਿਕ, ਲਿਟਰੇਚਰ, ਕ੍ਰੀਏਟੀਵਿਟੀ, ਇਹ ਚੀਜ਼ਾਂ ਜਿਹੜੀਆਂ ਨੇ ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਤਾਂ ਹੀ ਸਾਨੂੰ ਕੀਰਤਨ ਨਾਲ ਜੋੜਿਆ। ਉਹਦੇ ਵਿੱਚ ਸ਼ਾਂਤ ਕਰਨ ਦੀ, ਹੱਲ ਕਰਨ ਦੀ ਸਮਰੱਥਾ ਹੈ, ਨਾਲ ਉਹਦੇ ਨਾਲ ਬਾਣੀ ਜੋੜ ਦਿੱਤੀ ਹੈ। ਦੁਨੀਆ ਦੀ ਬਿਹਤਰੀਨ ਚੀਜ਼ਾਂ ਦੇ ਵਿੱਚੋਂ ਜੋ ਚੀਜ਼ ਸਾਨੂੰ ਮਿਲੀ ਹੈ ਉਹ ਗੁਰਬਾਣੀ ਦਾ ਕੀਰਤਨ ਹੈ। ਬਾਕੀ ਉਹਦੇ ਨਾਲ ਕਥਾ, ਸਹਿਜ ਪਾਠ, ਬਾਕੀ ਉਹਦੀ ਕਮਾਈ ਸਾਰੀ ਜਿਹੜੀ ਹੈ ਜੁੜੀ ਹੋਈ ਹੈ। ਇੱਕ ਗੁਰਬਾਣੀ ਦੇ ਵਿੱਚ ਆਨੰਦਮਈ ਪਰਿਵਾਰਕ ਜੀਵਨ ਸੰਬੰਧੀ ਜੋ ਆਦਰਸ਼ਕ ਸ਼ਬਦ ਮੈਂ ਇੱਕ ਲਿਆਇਆ, ਬਹੁਤ ਸਾਰੇ ਸ਼ਬਦ ਹੋਰ ਹੋਣਗੇ, ਮੈਂ ਉਹ ਆਪ ਜੀ ਦੀ ਨਜ਼ਰ ਕਰਨਾ ਚਾਹੁੰਦਾ। ਉਹ ਸ਼ਬਦ ਹੈ ਕਿ ਸਖੀ ਸਹੇਰੀ ਮੇਰੇ ਗ੍ਰਸਤ ਆਨੰਦ, ਕਰ ਕਿਰਪਾ ਭੇਟੇ ਮੋਹੇ ਕੰਤ,
ਮੋਹੇ ਦੁਹਾਗਨ ਆਪ ਸਿਗਾਰੀ, ਰੂਪ ਰੰਗ ਦੇ ਨਾਮ ਸਵਾਰੀ, ਮਿਟਿਓ ਦੁਖ ਅਰ ਸਗਲ ਸੰਤਾਪ, ਗੁਰ ਹੋਏ ਮੇਰੇ ਮਾਈ ਬਾਪ। ਤਪਤ ਬੁਝੀ ਪੂਰਨ ਸਭ ਆਸਾ, ਮਿਟੇ ਅੰਧੇਰ ਭਏ ਪ੍ਰਗਾਸਾ, ਅਨਹਦ ਸ਼ਬਦ ਅਚਰਜ ਬਿਸਮਾਦ, ਗੁਰ ਪੂਰਾ ਪੂਰਾ ਪ੍ਰਸਾਦ। ਸਾਰਾ ਸ਼ਬਦ ਬਹੁਤ ਕਮਾਲ ਦਾ ਹੈ। ਇਸੇ ਤਰ੍ਹਾਂ ਬਹੁਤ ਸਾਰੇ ਹੋਰ ਸਾਨੂੰ ਆਦੇਸ਼ ਹਨ। ਭਲੀ ਸੁਹਾਵੀ ਛਾਪਰੀ, ਜਾਂ ਮਹਿ ਗੁਣ ਗਾਏ, ਕਿਤ ਹੀ ਕਾਮ ਨਾ ਧੌਲ ਹਰ, ਜਿਤ ਹਰ ਬਿਸਰਾਏ। ਇਹ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ, ਬਹੁਤ ਲੰਬਾ ਸ਼ਬਦ ਹੈ ਅੱਗੋਂ, ਤਾਂ ਸਾਨੂੰ ਇਹ ਅਹਿਸਾਸ ਹੁੰਦਾ ਹੈ ਜਦੋਂ ਅਸੀਂ ਅਖਬਾਰਾਂ ਰੋਜ਼ ਦੇਖਦੇ ਹਾਂ ਕਿ ਵੱਡੇ ਵੱਡੇ ਫਾਰਮ ਹਾਊਸਾਂ ਦੇ ਵਿੱਚ ਲੋਕ ਜਿਹੜੇ ਨੇ ਆਪਣੇ ਮੂੰਹ ਦੇ ਵਿੱਚ ਪਿਸਟਲ ਰੱਖ ਕੇ ਗੋਲੀ ਮਾਰ ਰਹੇ ਨੇ, ਬਾਪ ਦੇ ਸਿਰ ਦੇ ਵਿੱਚ ਪੁੱਤਰ ਡੰਡਾ ਮਾਰ ਰਿਹਾ, ਹਾਲਾਂਕਿ ਇੰਨੀ ਜਾਇਦਾਦ ਹੈ ਅਰਬਾਂ ਦੀ ਖਰਬਾਂ ਦੀ। ਉਦੋਂ ਜਦੋਂ ਅਸੀਂ ਇਹ ਸ਼ਬਦ ਪੜ੍ਹੀਏ ਕਿ ਭਲੀ ਸੁਹਾਵੀ ਛਾਪਰੀ, ਜਾਂ ਮੈਂ ਗੁਣ ਗਾਏ, ਉਦੋਂ ਸਾਨੂੰ ਅਹਿਸਾਸ ਹੋਣਾ ਚਾਹੀਦਾ ਹੈ। ਕਈ ਵਾਰੀ ਅਮੀਰ ਲੋਕ ਕਹਿੰਦੇ ਨੇ ਕਿ ਉਹਨਾਂ ਦੇ ਘਰ ਦੇਖੋ ਤਾਂ ਉਹਨਾਂ ਦੀ ਕਮਾਈ ਵੀ ਇੰਨੀ ਨਹੀਂ ਹੈਗੀ, ਪਰ ਬਰਕਤ ਬੜੀ ਹੈ ਉਹਨਾਂ ਦੇ ਘਰ। ਉਹਨਾਂ ਦੇ ਘਰ ਚੱਜ ਅਚਾਰ ਬੜਾ ਲੋਕਾਂ ਨੂੰ। ਤੋ ਬਰਕਤ, ਚੱਜ ਅਚਾਰ ਔਰ ਜੁਗਤ ਜਿਹੜੀ ਹੈ ਉਹ ਸਾਨੂੰ ਕਿਵੇਂ ਆਵੇ, ਇਹ ਮਨੁੱਖਤਾ ਦੀ ਬੜੀ ਵੱਡੀ ਪ੍ਰਾਪਤੀ ਹੈ ਜਿਹਦੇ ਕੋਲੋਂ ਅਸੀਂ ਖੁੰਝਦੇ ਜਾ ਰਹੇ ਹਾਂ। ਔਰ ਗੰਢ ਪ੍ਰੀਤੀ ਮਿੱਠੇ ਬੋਲ ਵਾਲੀ ਗੱਲ ਕੀਤੀ ਗਈ ਹੈ। ਗੁਰਬਾਣੀ ਦੇ ਨਾਲ ਜਿਹੜਾ ਸਿੱਖ ਕਲਚਰ ਜੋ ਗੁਰੂ ਸਾਹਿਬਾਨ ਦੇ ਵੇਲੇ ਸਿਰਜਿਆ ਗਿਆ, ਭਾਈ ਗੁਰਦਾਸ ਜੀ ਨੇ ਬਹੁਤ ਸਾਨੂੰ ਸੇਧ ਦਿੱਤੀ ਹੈ। ਉਹਦੇ ਵਿੱਚ ਗੁਰਸਿੱਖਾਂ ਸਾਬਾਸ ਜਨਮ ਸਵਾਰਿਆ, ਉਹ ਕਲਚਰ ਵੱਲ ਧਿਆਨ ਦੇਣ ਦੀ ਲੋੜ ਹੈ। ਗੁਰਸਿੱਖਾਂ ਰਹਿਰਾਸ ਗੁਰੂ ਪਿਆਰਿਆ, ਗੁਰਮੁਖ ਸਾਸ ਗਿਰਾਸ ਨਾਉ ਚਿਤਾਰਿਆ, ਮਾਇਆ ਵਿੱਚ ਉਦਾਸ ਗਰਭ ਨਿਵਾਰਿਆ, ਗੁਰਮੁਖ ਦਾਸਨ ਦਾਸ ਸੇਵ ਸੁਚਾਰਿਆ, ਵਰਤਨ ਆਸ ਨਿਰਾਸ। ਕਦੀ ਆਸਾ ਹੋ ਜਾਂਦੀ ਹੈ, ਕਦੀ ਨਿਰਾਸ਼ਾ ਹੋ ਜਾਂਦੀ ਹੈ, ਪਰ ਗੁਰਸਿੱਖ ਉਹਦੇ ਵਿੱਚ ਵਰਤਦੇ ਰਹਿੰਦੇ ਨੇ। ਸ਼ਬਦ ਵਿਚਾਰਿਆ, ਗੁਰਮੁਖ ਸਹਿਜ ਨਿਵਾਸ, ਮਨ ਹੱਠ ਮਾਰਿਆ, ਗੁਰਮੁਖ ਮਨ ਪ੍ਰਗਾਸ ਪਤਤ ਉਧਾਰਿਆ। ਤਾਂ ਖੁਸ਼ਹਾਲ ਪਰਿਵਾਰਕ ਜੀਵਨ ਦੇ ਲਈ ਸਾਡੇ ਕੋਲ ਬਹੁਤ ਸਾਰੀ ਸੇਧ ਗੁਰਬਾਣੀ ਦੇ ਵਿੱਚੋਂ ਸਾਨੂੰ ਮਿਲਦੀ ਹੈ। ਔਰ ਸਭ ਤੋਂ ਵੱਡੀ ਗੱਲ ਕਿ ਸਾਡੇ ਵਿੱਚ ਜਿਹੜੀ ਦਾਜ ਕਰਕੇ ਸਮੱਸਿਆ ਹੈ, ਜੇ ਅਸੀਂ ਆਪਣੇ ਬੱਚਿਆਂ ਨੂੰ ਇਹ ਸ਼ਬਦ ਗੁਰਬਾਣੀ ਦੇ ਯਾਦ ਕਰਾ ਦਈਏ, ਉਹ ਪੜ੍ਹਨ ਅਤੇ ਇਹਦਾ ਆਨੰਦ ਲੈਣ, ਤਾਂ ਮੈਨੂੰ ਲੱਗਦਾ ਕਿ ਅਸੀਂ ਆਉਂਦੇ ਸਾਲਾਂ ਦੇ ਵਿੱਚ ਇਸ ਬਿਮਾਰੀ ਦੇ ਕੋਲੋਂ ਅਸੀਂ ਪਿੱਛਾ ਛੁਡਾ ਸਕਦੇ ਹਾਂ। ਸਾਡੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਮੈਂ ਸਮਝਦਾ ਸਾਡੇ ਕੋਲ ਅਲਮਾਰੀਆਂ ਘੱਟ ਨੇ, ਕਮਰੇ ਘੱਟ ਨੇ, ਸਮਾਨ ਜ਼ਿਆਦਾ ਹੈ। ਔਰ ਫਿਰ ਵੀ ਅਸੀਂ ਮਨ ਵਿੱਚ ਰੱਖਦੇ ਹਾਂ ਵੀ ਸਾਨੂੰ ਸਵਿਫਟ ਦਿੱਤੀ ਹੈ, ਜੇ ਇਸ ਤੋਂ ਉੱਪਰਲੀ ਗੱਡੀ ਦੇ ਦਿੰਦੇ ਉਹਨਾਂ ਦਾ ਕੀ ਵਿਗੜਦਾ ਸੀ। ਕਮਾਲ ਹੈ, ਸਾਡੀ ਭੁੱਖ ਜਾਂਦੀ ਹੀ ਨਹੀਂ। ਅੱਛਾ, ਫਰਜ਼ ਕਰੋ ਜੇ ਮੁੰਡੇ ਵਾਲੇ ਹਵਾਈ ਜਹਾਜ਼ ਹੀ ਦੇ ਦੇਣ ਤੇ ਕਿੱਥੇ ਰੱਖੋਗੇ? ਫਰਜ਼ ਕਰੋ ਕੁੜੀ ਵਾਲੇ ਜਿਹੜੇ ਨੇ, ਜੇ ਆਪਾਂ ਮੰਗਦੇ ਹੀ ਹਾਂ, ਜੇ ਹਵਾਈ ਜਹਾਜ਼ ਹੀ ਕਹਿ ਦੇਣ ਬੇਟਾ ਤੈਨੂੰ ਮੈਂ ਹਵਾਈ ਜਹਾਜ਼ ਦੇਣਾ, ਉਹਨਾਂ ਨੂੰ ਕੋਈ ਇੰਤਜ਼ਾਮ ਕਰ ਰੱਖਣ ਕਿਤੇ, ਫਿਰ ਸਾਨੂੰ ਹੱਥਾਂ ਪੈਰਾਂ ਦੀ ਪੈ ਜਾਏਗੀ। ਗੁਰੂ ਸਾਹਿਬ ਦਾ, ਗੁਰੂ ਰਾਮਦਾਸ ਜੀ ਨੇ ਸਿੱਖ ਕਲਚਰ ਨੂੰ ਆਪਣੇ ਹੱਥੀਂ ਸਜਾਇਆ ਉਦੋਂ, ਔਰ ਉਹਨਾਂ ਦਾ ਬੜਾ ਹੀ ਪਿਆਰਾ ਸ਼ਬਦ ਹੈ, ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੇ ਹਰ ਸੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ, ਹਰ ਹਰ ਭਗਤੀ ਕਾਜ ਸੁਹੇਲਾ, ਗੁਰ ਸਤਿਗੁਰ ਦਾਨ ਦਿਵਾਇਆ, ਖੰਡ ਵਰ ਭੰਡ ਹਰ ਸੋਭਾ ਹੋਈ, ਇਹ ਦਾਨ ਨ ਰਲੈ ਰਲਾਇਆ, ਹੋਰ ਮਨਮੁਖ ਦਾਜ ਜੇ ਰੱਖ ਦਿਖਾਲੈ, ਸੋ ਕੂੜ ਅੰਕਾਰ ਕੱਚ ਪਾਜੋ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ। ਇਹ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ, ਜਿਹੜੀਆਂ ਚੀਜ਼ਾਂ ਨੇ ਉਹਨੂੰ ਲੋੜ ਵਾਲੀਆਂ ਚੀਜ਼ਾਂ ਸਮਝ ਕੇ ਅਸੀਂ ਜੇ ਚੱਲੀਏ ਹੋਰ ਗੱਲ ਹੈ, ਲੇਕਿਨ ਦਾਜ ਦੇ ਤੌਰ 'ਤੇ ਦਿਖਾਣਾ, ਉਹਦੇ 'ਚ ਨੁਕਸ ਕੱਢਣੇ, ਉਹਦੇ 'ਚ ਹੰਕਾਰ ਕਰਨਾ, ਉਹਨੂੰ ਕਹਿਣਾ ਸਾਡਾ ਜਿਹੜਾ ਸਮਾਨ ਆਇਆ ਵਧੀਆ, ਤੁਹਾਡਾ ਜਦੋਂ ਆਇਆ ਸੀ ਉਹ ਇੰਨਾ ਵਧੀਆ ਨਹੀਂ ਸੀ, ਇਹ ਗੱਲਾਂ ਸਾਰੀਆਂ ਹੇਠਲੇ ਪੱਧਰ ਦੀਆਂ ਨੇ। ਗੁਰੂ ਸਾਹਿਬ ਨੇ ਸਾਨੂੰ, ਭਾਈ ਵੀਰ ਸਰਾਂ ਨੇ ਕਿਹਾ ਕਿ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ। ਤੋ ਇੰਨੇ ਸ਼ਬਦ ਮੈਂ ਪ੍ਰਾਰੰਭਕ ਆਪ ਜੀ ਨਾਲ ਸਾਂਝੇ ਕਰਨੇ ਸੀਗੇ। ਹੋਰ ਸਮਾਂ ਜਿਹੜਾ ਸੀਮਤ ਹੈ ਬਹੁਤ, ਉਹਦੇ ਮੁਤਾਬਕ ਜਿਸ ਤਰ੍ਹਾਂ ਗੱਲ ਚੱਲੇਗੀ ਤਾਂ ਅਸੀਂ ਉਹਦੇ ਵਿੱਚ ਯੋਗਦਾਨ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਹਰਪ੍ਰੀਤ ਕੌਰ ਜੀ, ਸਫਦਰਜੰਗ ਹਸਪੀਟਲ, ਦਿੱਲੀ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਅੱਜ ਗੁਰੂ ਮਹਾਰਾਜ ਜੀ ਨੇ ਕਿਰਪਾ ਕਰਕੇ ਮੈਨੂੰ ਆਪ ਜੀ ਦੇ ਸਨਮੁਖ ਬੈਠਣ ਦਾ ਮੌਕਾ ਬਖਸ਼ਿਸ਼ ਕੀਤਾ ਹੈ। ਮੈਂ ਕੋਈ ਵਿਦਵਾਨ ਜਾਂ ਬੁਲਾਈ ਨਹੀਂ ਹਾਂ, ਬਸ ਦੋ ਚਾਰ ਵਿਚਾਰ ਆਪ ਦੇ ਨਾਲ ਸਾਂਝੇ ਕਰਨ ਦਾ ਯਤਨ ਕਰਾਂਗੀ। ਗੁਰੂ ਮਹਾਰਾਜ ਜੀ ਪਰਿਵਾਰਕ ਜੀਵਨ ਅਤੇ ਗ੍ਰਸਥ ਨੂੰ ਸਭ ਤੋਂ
ਇਹ ਆਪਾਂ ਪੈਦਾ ਕਰਦੇ ਹਾਂ, ਇਹ ਪਿਆਰ ਜਿਹੜਾ ਹੈ ਇਹ ਸਿਰਫ ਬਾਣੀ ਦੇ ਲੜ ਲੱਗਿਆ ਨਹੀਂ ਹੋ ਸਕਦਾ ਹੈ। ਪਦਾਰਥਵਾਦ ਅਤੇ ਵੈਸਟਰਨ ਕਲਚਰ ਦੇ ਨਾਲ ਇਹ ਪਿਆਰ ਕਿਸੇ ਵੀ ਹਾਲਤ ਵਿੱਚ ਨਹੀਂ ਹੋ ਸਕਦਾ। ਔਰ ਜਦੋਂ ਆਪਾਂ ਬਾਣੀ ਦੇ ਲੜ ਲੱਗ ਕੇ ਇੱਕ ਪਰਿਵਾਰ ਵਿੱਚ ਪਿਆਰ ਦਾ ਮਾਹੌਲ ਉਤਪੰਨ ਕਰਦੇ ਹਾਂ, ਫਿਰ ਅੱਛੇ ਕੰਮਾਂ ਲਈ ਇੱਕ ਦੂਸਰੇ ਨੂੰ ਅਸੀਂ ਇਨਕਰੇਜ ਕਰਨਾ ਹੈ। ਜਦੋਂ ਆਪਾਂ ਇੱਕ ਦੂਜੇ ਨੂੰ ਇਨਕਰੇਜ ਕਰਦੇ ਹਾਂ, ਹੱਲਾਸ਼ੇਰੀ ਦਿੰਦੇ ਹਾਂ, ਬੱਚਿਆਂ ਨੂੰ ਦਿੰਦੇ ਹਾਂ, ਆਪ ਜੀ ਆਪਣੇ ਪਤੀ ਨੂੰ ਜਾਂ ਪਤਨੀ ਨੂੰ ਆਪਾਂ ਹੱਲਾਸ਼ੇਰੀ ਦਿੰਦੇ ਹਾਂ, ਤੇ ਇਸ ਦੇ ਨਾਲ ਸਾਡਾ ਗ੍ਰਸਤ ਜੀਵਨ ਜੋ ਹੈ ਬਹੁਤ ਹੀ ਆਨੰਦਮਈ ਔਰ ਇੱਕ ਬਹੁਤ ਸੁਖਾਵਾਂ ਹੋ ਜਾਂਦਾ ਹੈ। ਜਿੱਥੇ ਕਿ ਜਿਹੜਾ ਵੈਸਟਰਨ ਕਲਚਰ ਹੈ ਉਹਦੇ ਪ੍ਰਭਾਵ ਦੇ ਅਧੀਨ ਸਾਡੀ ਡਰੈਸ ਸੈਂਸ ਤੇ ਸਾਡਾ ਜੋ ਪਹਿਰਾਵਾ, ਸਾਡਾ ਦਿੱਖ, ਸਾਡੀ ਬੋਲਚਾਲ ਉਹ ਸਭ ਬਦਲਦਾ ਜਾ ਰਿਹਾ ਹੈ। ਉੱਥੇ ਇਸ ਕਲਚਰ ਨੇ ਸਾਡੀ ਸੋਚ ਦੇ ਉੱਤੇ ਵੀ ਬਹੁਤ ਹੀ ਗਹਿਰਾ ਅਸਰ ਪਾਇਆ ਹੈ। ਸਾਨੂੰ ਆਪਣਾ ਕਲਚਰ ਸੰਭਾਲਣਾ ਹੈ। ਆਪਣੀ ਖਜ਼ਾਨਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੇ ਕੋਲ ਮੌਜੂਦ ਹੈ, ਉਸ ਦੇ ਲੜ ਲੱਗ ਕੇ, ਬਾਣੀ ਨੂੰ ਸਮਝ ਕੇ, ਵਿਚਾਰ ਕੇ ਔਰ ਸਹਿਜ ਪਾਠ ਦੇ ਲੜ ਲੱਗ ਕੇ ਅਸੀਂ ਇਹ ਗ੍ਰਸਤ ਜੀਵਨ ਦਾ ਆਨੰਦ ਜੋ ਹੈ ਉਹ ਅਸੀਂ ਪੂਰਨ ਰੂਪ ਵਿੱਚ ਪ੍ਰਾਪਤ ਕਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਮੁਕਤਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ 'ਚ ਫਰਮਾਨ ਹੈ, ਸਿਵ ਸਖਤ ਆਪ ਉਪਾਏ ਕੈ, ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖਿਆ, ਗੁਰਮੁਖ ਕਿਸੈ ਬੁਝਾਏ। ਅਕਾਲ ਪੁਰਖ ਜੀ ਨੇ ਜੋ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਹ ਅਸਲ 'ਚ ਦੋ ਪੋਲੈਰਿਟੀਜ਼ 'ਚ ਕੀਤੀ ਹੈ, ਦੋ ਅਪੋਜ਼ਿਟਸ 'ਚ ਕੀਤੀ ਹੈ। ਅਗਰ ਆਪਾਂ ਦੇਖੀਏ, ਦਿਨ ਹੈ ਤਾਂ ਰਾਤ ਹੈ, ਸਵੇਰ ਹੈ ਸ਼ਾਮ ਹੈ, ਚੰਗਿਆਈ ਹੈ ਬੁਰਾਈ ਹੈ, ਚਿੱਟਾ ਹੈ ਤੇ ਕਾਲਾ ਹੈ, ਮਾਇਆ ਹੈ ਤੇ ਅਕਾਲ ਪੁਰਖ ਹੈ। ਇਸੇ ਤਰ੍ਹਾਂ ਸ੍ਰਿਸ਼ਟੀ ਨੂੰ ਚੱਲਦਾ ਰੱਖਣ ਲਈ ਅਕਾਲ ਪੁਰਖ ਜੀ ਨੇ ਪੁਰਖ ਔਰ ਇਸਤਰੀ ਦੀ ਰਚਨਾ ਕੀਤੀ। ਜੋ ਪੁਰਖ ਔਰ ਇਸਤਰੀ ਨੇ ਅਕਾਲ ਪੁਰਖ ਦੀ ਰਚਨਾ ਦੇ ਵਿੱਚ ਇਸ ਸੰਸਾਰ ਨੂੰ ਚੱਲਦਾ ਰੱਖਣ ਲਈ ਜ਼ਰੂਰੀ ਨੇ। ਜੋ ਅੱਜ ਦਾ ਵਿਸ਼ਾ ਆਪਾਂ ਲਿਆ ਹੈ ਕਿ ਅਸੀਂ ਸਾਰੇ ਗ੍ਰਸਤੀਆਂ, ਪਰਿਵਾਰਕ ਜੀਵਨ ਦੇ ਵਿੱਚ ਜੋ ਹਾਰਮਨੀ, ਸੁੱਖ ਕਿਸ ਤਰ੍ਹਾਂ ਹੋਵੇ। ਔਰ ਸਾਡੇ ਲੋਕਾਂ ਦੀ ਇੱਕ ਪ੍ਰਵਿਰਤੀ ਬਣ ਗਈ ਹੈ ਕਿ ਅਸੀਂ ਸ਼ਾਇਦ ਇਸ ਤਰ੍ਹਾਂ ਦੇ ਇੱਕ ਜੀਵਨ ਦੀ ਕਲਪਨਾ ਕਰ ਬੈਠਦੇ ਹਾਂ ਜਿਹਦੇ 'ਚ ਸਾਰਾ ਕੁਝ ਮਿੱਠਾ ਹੀ ਮਿੱਠਾ ਹੋਏਗਾ। ਕੁਦਰਤ ਨੇ ਅਗਰ ਗੰਨਾ ਮਿੱਠਾ ਪੈਦਾ ਕੀਤਾ ਤੇ ਨਾਲ ਕੌੜਾ ਕਰੇਲਾ ਵੀ ਪੈਦਾ ਕੀਤਾ, ਨਿੰਮ ਵੀ ਪੈਦਾ ਕੀਤੀ ਹੈ, ਤੇ ਜੇ ਕਿਸੇ ਨੂੰ ਮਿੱਠੇ ਵਾਲੀ ਸ਼ੂਗਰ ਹੋ ਜਾਂਦੀ ਤਾਂ ਉਹਦਾ ਰਾਜ ਕੋੜੀਆਂ ਦਵਾਈਆਂ ਹੀ ਹੁੰਦੀਆਂ। ਸੋ ਅਕਾਲ ਪੁਰਖ ਨੇ ਜੋ ਰਚਨਾ ਪੈਦਾ ਕੀਤੀ, ਉਹਦੇ ਵਿੱਚ ਦੋ ਅਪੋਜ਼ਿਟਸ ਹਮੇਸ਼ਾ ਹੋਣੇ ਚਾਹੀਦੇ ਨੇ। ਅਗਰ ਆਪਾਂ ਪਰਿਵਾਰਕ ਜੀਵਨ ਦੀ ਗੱਲ ਕਰੀਏ, ਅਗਰ ਗੁਰੂ ਸਾਹਿਬ ਨੇ ਇੱਕ ਜਗ੍ਹਾ ਇਹ ਗੱਲ ਕੀਤੀ ਹੈ ਕਿ ਧਨ ਪਿਰ ਇਹ ਨਾ ਆਖੀਐ, ਬੈਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਪਿਰ ਕਈਐ ਸੋਏ। ਕਿ ਅਗਰ ਇਸਤਰੀ ਔਰ ਪੁਰਖ ਜਿਹੜੇ ਨੇ ਉਹ ਇਕੱਠੇ ਬਹਿਣ ਵਾਲਿਆਂ ਨੂੰ ਨਹੀਂ ਕਹਿੰਦੇ, ਉਹਨਾਂ ਦੇ ਅੰਦਰ ਸਾਂਝ ਹੋਣੀ ਚਾਹੀਦੀ ਹੈ ਕੋਈ। ਪਰ ਆਪਾਂ ਗੁਰਬਾਣੀ ਦੇ ਵਿੱਚ ਨਾਲ ਹੀ ਸ਼ਬਦ ਪੜ੍ਹਦੇ ਹਾਂ ਕਿ ਧਨ ਪਿਰ ਇੱਕ ਹੀ ਸੰਗ ਵਾਸਾ, ਮਿਲ ਬਾਤ ਨਾ ਕਰਤੇ ਭਾਈ। ਇੱਕ ਐਸੀ ਅਵਸਥਾ ਵੀ ਆ ਜਾਂਦੀ ਹੈ ਜਦੋਂ ਧਨ ਪਿਰ ਦੋਨੋਂ ਹੈਗੇ ਨੇ ਪਰ ਆਪਸ 'ਚ ਗੱਲਬਾਤ ਨਹੀਂ ਕਰ ਰਹੇ। ਗੁਰਬਾਣੀ 'ਚ ਐਸੇ ਬਚਨ ਆਏ ਨੇ ਕਿ ਇੱਕੋ ਸੇਜ 'ਤੇ ਰਹਿੰਦੇ ਨੇ ਪਰ ਆਪਸ 'ਚ ਉਹਨਾਂ ਦਾ ਕੋਈ ਵੀ ਸਾਂਝ ਨਹੀਂ ਹੈਗੀ। ਜਾਪ ਸਾਹਿਬ 'ਚ ਆਪਾਂ ਪੜ੍ਹਦੇ ਹਾਂ, ਨਮੋ ਕਲਹਿ ਕਰਤਾ, ਨਮੋ ਸ਼ਾਂਤ ਰੂਪੇ। ਅਕਾਲ ਪੁਰਖ ਦੇ ਐਸੇ ਰੂਪ ਨੇ, ਕਿਤੇ ਉਹ ਕਲੇਸ਼ ਰੂਪ ਵਿੱਚ ਪ੍ਰਗਟ ਹੋ ਰਿਹਾ, ਕਿਤੇ ਉਹ ਸ਼ਾਂਤੀ ਰੂਪ 'ਚ ਪ੍ਰਗਟ ਹੋ ਰਿਹਾ। ਸਤਿਗੁਰੂ ਜੀ, ਆਪਾਂ ਭਗਤ ਕਬੀਰ ਜੀ ਦੀ ਬਾਣੀ ਪੜ੍ਹਦੇ ਹਾਂ। ਭਗਤ ਕਬੀਰ ਜੀ ਕਹਿੰਦੇ ਨੇ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ, ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਨ ਬੇਨਤੀ ਮੇਰੀ। ਇੱਕ ਐਸੀ ਅਵਸਥਾ ਦਾ ਚਿੱਤਰਨ ਕੀਤਾ ਗਿਆ ਜਿਹਦੇ ਵਿੱਚ ਪਤੀ ਔਰ ਪਤਨੀ ਆਪਸ 'ਚ ਰੁੱਸੇ ਹੋਏ ਨੇ। ਪਤੀ ਨੂੰ ਪਤਨੀ ਕਹਿ ਰਹੀ ਹੈ ਕਿ ਤੁਸੀਂ ਮੇਰੇ ਨਾਲ ਕਿਉਂ ਨਾਰਾਜ਼ ਹੋ, ਕਿਸੇ ਤਰ੍ਹਾਂ ਮੇਰੀ ਗੱਲ ਮੰਨ ਲਓ। ਗੁਰਬਾਣੀ ਵਿੱਚ ਐਸੇ ਹੋਰ ਵੀ ਬੇਅੰਤ ਬਚਨ ਆਉਂਦੇ ਨੇ ਜਿਹਦੇ ਵਿੱਚ ਇਹ ਚਿੱਤਰਨ ਕੀਤਾ ਗਿਆ ਕਿ ਪਰਿਵਾਰਕ ਜ਼ਿੰਦਗੀ ਦੇ ਵਿੱਚ ਥੋੜ੍ਹੀਆਂ ਜਿਹੀਆਂ ਤਰੇੜਾਂ ਆਉਂਦੀਆਂ ਨੇ। ਔਰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਅਧਿਆਤਮਿਕ ਜੀਵਨ ਦੀ ਇੱਕ ਬਹੁਤ ਵੱਡੀ ਪੌੜੀ ਹੈ, ਕਿਉਂਕਿ ਜਿੱਦਾਂ ਅਸੀਂ ਪੈਦਾ ਹੁੰਦੇ ਹਾਂ,
ਜਿੱਦਾਂ ਵੀ ਕਿਸੇ ਬੱਚੇ ਨੇ ਅਗਰ ਮੰਨ ਲਓ ਉਹਨੇ ਕੋਈ ਤਾਕਤ ਸਰੀਰ ਦੇ ਵਿੱਚ ਪੈਦਾ ਕਰਨੀ ਹੈ, ਤੇ ਅਸੀਂ ਉਹਨੂੰ ਕਹਿੰਦੇ ਹਾਂ ਕਿ ਤੂੰ ਥੋੜ੍ਹੀ ਜਿਹੀ ਸਟਰਗਲ ਕਰ, ਥੋੜ੍ਹੀ ਜਿਹੀ ਜਿਮਿੰਗ ਕਰ, ਤੇਰੇ ਮਸਲਸ ਤਾਂ ਬਣਨਗੇ। ਜੇ ਤੂੰ ਐਕਸਰਸਾਈਜ਼ ਨਹੀਂ ਕਰੇਗਾ, ਕਸਰਤ ਨਹੀਂ ਕਰੇਗਾ, ਤਾਂ ਤੇਰੇ ਅੰਦਰ ਤਾਕਤ ਨਹੀਂ ਆਏਗੀ। ਆਪਾਂ ਇੱਕ ਬੜੀ ਸਿੰਪਲ ਜੀ ਐਗਜ਼ਾਮਪਲ ਕਹਿੰਦੇ ਹਾਂ ਕਿ ਇੱਕ ਵਾਰੀ ਇੱਕ ਪ੍ਰੋਫੈਸਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਬੈਠਾ ਸੀ, ਔਰ ਉੱਥੇ ਉਹ ਇੱਕ ਐਕਸਪੈਰੀਮੈਂਟ ਕਰ ਰਹੇ ਸੀ ਜਿਹਦੇ 'ਚ ਤਿਤਲੀ ਆਪਣੇ ਕੋਕੂਨ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ। ਇੱਕ ਪ੍ਰੋਸੈਸ ਸੀ ਉਹਦੇ ਜਨਮ ਦੀ। ਔਰ ਜਦੋਂ ਉਹ ਗਿਆ, ਕਹਿੰਦਾ ਵੀ ਇਹ ਪ੍ਰੋਸੈਸ ਕੁਛ ਦੇਰ ਚੱਲਣੀ ਹੈ, ਇਹਨੂੰ ਕਿਸੇ ਨੇ ਇੰਟਰਫੇਅਰ ਨਹੀਂ ਕਰਨਾ। ਪਰ ਜਦੋਂ ਬਾਹਰ ਗਿਆ, ਵਾਪਸ ਆਇਆ, ਤਾਂ ਉਹਨੇ ਦੇਖਿਆ ਜਿਹੜੀ ਤਿਤਲੀ ਪੈਦਾ ਹੋਈ ਉਹ ਉੱਡਣ ਦੇ ਕਾਬਲ ਨਹੀਂ ਸੀ। ਉਹਨੇ ਪੁੱਛਿਆ ਵੀ ਕਿਸੇ ਨੇ ਇਹ ਜੋ ਪ੍ਰੋਸੈਸ ਸੀ ਇਹਦੇ ਵਿੱਚ ਇੰਟਰਫੇਅਰ ਕੀਤਾ? ਤਾਂ ਇੱਕ ਵਿਦਿਆਰਥੀ ਕਹਿੰਦਾ ਜੀ, ਇਹ ਜਦੋਂ ਬਹੁਤ ਪੰਖ ਫੜਫੜਾ ਰਹੀ ਸੀ ਆਪਣੇ, ਬਹੁਤ ਤੜਫ ਰਹੀ ਸੀ, ਅਤੇ ਮੈਨੂੰ ਇਹਦੇ 'ਤੇ ਤਰਸ ਆਇਆ, ਅਤੇ ਮੈਂ ਇਹਦਾ ਉੱਪਰਲਾ ਜਿਹੜਾ ਸ਼ੈੱਲ ਸੀ ਉਹਨੂੰ ਤੋੜ ਦਿੱਤਾ ਤਾਂ ਕਿ ਇਹ ਸੌਖੀ ਨਿਕਲ ਜਾਏ। ਉਹ ਕਹਿੰਦੇ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ, ਕਿਉਂਕਿ ਜੇ ਇਹ ਪੰਖ ਨਹੀਂ ਫੜਫੜਾਈ, ਇਹਦੇ ਪੰਖਾਂ 'ਚ ਤਾਕਤ ਹੀ ਨਹੀਂ ਆਈ, ਇਹਦੇ ਖੰਭਾਂ 'ਚ ਤਾਕਤ ਹੀ ਨਹੀਂ ਆਈ, ਹੁਣ ਇਹ ਉੱਡ ਨਹੀਂ ਸਕਦੀ। ਸਾਡੇ ਜੀਵਨ ਦਾ ਮਨੋਰਥ ਕੀ ਹੈ? ਸਾਡੇ ਜੀਵਨ ਦਾ ਮਨੋਰਥ ਹੈ ਪਰਮਾਤਮਾ ਦੀ ਪ੍ਰਾਪਤੀ। ਪਰਮਾਤਮਾ ਹੈ ਪ੍ਰੇਮ ਸਰੂਪ। ਸਾਡੀ ਜ਼ਿੰਦਗੀ ਅਸਲ 'ਚ ਬਣੀ ਹੈ ਪ੍ਰੇਮ ਕਰਨ ਵਾਸਤੇ। ਗੁਰੂ ਸਾਹਿਬ ਕਹਿੰਦੇ ਨੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰ ਉਸ ਪ੍ਰੇਮ ਦੀ ਅਵਸਥਾ ਨੂੰ ਪ੍ਰਾਪਤ ਕਰਨ ਲਈ ਸਾਡੇ ਅੰਦਰ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਸਾਡਾ ਮਨ ਬਹੁਤ ਕਾਲਾ ਹੋਇਆ ਪਿਆ ਕਈ ਜਨਮਾਂ 'ਚ ਘੁੰਮਣ ਕਰਕੇ। ਹੁਣ ਇਹ ਮੈਲ ਜਦੋਂ ਤੱਕ ਉਤਰੇਗੀ ਨਹੀਂ, ਉਦੋਂ ਤੱਕ ਸਾਡੇ ਅੰਦਰੋਂ ਪ੍ਰੇਮ ਦੀ ਅਵਸਥਾ ਪੈਦਾ ਨਹੀਂ ਹੋਣੀ। ਔਰ ਪਰਮਾਤਮਾ ਬਿਨਾਂ ਪ੍ਰੇਮ ਤੋਂ ਮਿਲਦਾ ਨਹੀਂ ਕਦੀ ਵੀ। ਸੋ ਜਿਸੇ ਤਰ੍ਹਾਂ ਸਾਡੀ ਜ਼ਿੰਦਗੀ ਸ਼ੁਰੂ ਹੁੰਦੀ ਹੈ, ਆਤਮਿਕ ਜੀਵਨ ਸ਼ੁਰੂ ਹੁੰਦਾ, ਗੁਰੂ ਸਾਹਿਬ ਕਹਿੰਦੇ ਉਹਦੇ 'ਚ ਰੁਕਾਵਟਾਂ ਆਉਣੀਆਂ ਹੀ ਆਉਣੀਆਂ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਕਈ ਵਾਰ ਐਸੇ ਸਮੇਂ ਆਉਂਦੇ ਨੇ ਜਦੋਂ ਬਾਣੀ 'ਚ ਮਨ ਨਹੀਂ ਲੱਗਦਾ, ਬਾਣੀ 'ਚ ਮਨ ਨਹੀਂ ਟਿਕਦਾ, ਗੁਰੂ ਸਾਹਿਬ ਨਾਲ ਸਾਂਝ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਸਾਂਝ ਨਹੀਂ ਬਣਦੀ। ਉਦੋਂ ਇੱਕ ਤੜਪ ਪੈਦਾ ਹੁੰਦੀ ਹੈ। ਉਸ ਤੜਪ ਦੇ ਵਿੱਚੋਂ ਜਦੋਂ ਅਰਦਾਸ ਨਿਕਲਦੀ ਹੈ, ਉਦੋਂ ਉਹ ਮਿਲਾਪ ਦਾ ਇੱਕ ਸਾਧਨ ਬਣਦੀ ਹੈ। ਜਦੋਂ ਅਸੀਂ ਪਰਮਾਤਮਾ ਦੀ ਤੜਪ ਨੂੰ ਆਪਣੇ ਅੰਦਰੋਂ ਇੰਨਾ ਪੱਕਾ ਕਰਾਂਗੇ, ਤਾਂ ਹੀ ਜਿਹੜੀਆਂ ਦੁਨਿਆਵੇ ਦੀਆਂ ਛੋਟੀਆਂ ਛੋਟੀਆਂ ਦੁਨੀਆ ਦੀਆਂ ਜਿਹੜੀਆਂ ਰੁਕਾਵਟਾਂ ਨੇ। ਸੋ ਕਹਿਣ ਤੋਂ ਸਮੁੱਚਾ ਭਾਵ ਕੀ ਹੈ ਕਿ ਪਰਮਾਤਮਾ ਨੂੰ ਮਿਲਣ ਵਾਸਤੇ ਸਾਡੀ ਜ਼ਿੰਦਗੀ 'ਚ ਦੁੱਖ ਸੁੱਖ, ਹਰਖ ਸੋਗ, ਉਸਤਤ ਨਿੰਦਾ, ਪਿਆਰ ਦਵੈਸ਼, ਰਾਗ ਦਵੈਸ਼, ਇਹ ਸਾਰੀਆਂ ਚੀਜ਼ਾਂ ਆਣੀਆਂ ਹੀ ਆਣੀਆਂ ਨੇ। ਇਸ ਕਰਕੇ ਆਪਾਂ ਨੂੰ ਇਸ ਤਰ੍ਹਾਂ ਦੇ ਕਿਸੇ ਜੀਵਨ ਦੀ ਕਲਪਨਾ ਹੀ ਨਹੀਂ ਕਰਨੀ ਚਾਹੀਦੀ ਜਿਹਦੇ 'ਚ ਕੋਈ ਕਲੇਸ਼ ਨਹੀਂ ਹੈਗਾ, ਜਿਹਦੇ 'ਚ ਕੋਈ ਰਾਟਬਾਜ਼ੀ ਨਹੀਂ ਹੈਗੀ, ਜਿਹਦੇ 'ਚ ਪਤੀ ਪਤਨੀ ਦੀ ਲੜਾਈ ਨਹੀਂ ਹੈਗੀ। ਹੁਣ ਆਪਾਂ ਅੱਗੋਂ ਜੋ ਜਿਸ ਤਰ੍ਹਾਂ ਸਵਾਲ ਆਉਣਗੇ ਆਪਾਂ ਗੱਲ ਕਰਾਂਗੇ। ਸਤਿਗੁਰੂ ਜੀ ਬਖਸ਼ਿਸ਼ ਕਰਨ ਕਿ ਅਸੀਂ ਇਸ ਚੀਜ਼ ਨੂੰ ਪਹਿਲਾਂ ਐਕਸੈਪਟ ਕਰੀਏ। ਕਿਉਂਕਿ ਜੇ ਆਪਾਂ ਕਈ ਵਾਰ ਕਹਿੰਦੇ ਹਾਂ ਨਾ, ਕਈ ਵਾਰੀ ਅਸੀਂ ਗ੍ਰਸਤ ਜੀਵਨ ਦੇ ਵਿੱਚ ਲੜੇ ਹੁੰਦੇ ਹਾਂ, 1 ਦਿਨ 2 ਦਿਨ 3 ਦਿਨ ਆਪਸ 'ਚ ਨਹੀਂ ਬੋਲਦੇ, ਪਰ ਉਸ ਤੋਂ ਬਾਅਦ ਜਦੋਂ ਅਸੀਂ ਇਕੱਠੇ ਰਹਿੰਦੇ ਹਾਂ, ਉਹ ਜਦੋਂ ਦੁਬਾਰਾ ਬੋਲਦੇ ਹਾਂ, ਆਪਾਂ ਸਾਰਿਆਂ ਨੂੰ ਪਤਾ ਵੀ ਉਹ ਕਿੰਨੇ ਪਿਆਰ ਵਾਲਾ, ਕਿੰਨੇ ਮਿਲਾਪ ਵਾਲਾ ਸਮਾਂ ਹੁੰਦਾ। ਜੇ ਵਿਛੋੜਾ ਹੀ ਨਹੀਂ ਹੋਏਗਾ ਤਾਂ ਮਿਲਣ ਦਾ ਮਜ਼ਾ ਹੀ ਨਹੀਂ ਆਉਣਾ। ਇਸ ਕਰਕੇ ਜੇ ਪਤੀ ਪਤਨੀ ਨੇ ਜੇ ਆਪਸ 'ਚ ਕੋਈ ਖਾਏਬਾਜ਼ੀ ਹੋਈ ਨਹੀਂ ਤਾਂ ਉਹ ਪਰਿਵਾਰ ਵਾਸ ਹੀ ਨਹੀਂ ਸਕਦਾ। ਇਸ ਕਰਕੇ ਇਹ ਖਹਿਬਾਜ਼ੀ ਇੱਕ ਬਹੁਤ ਜ਼ਰੂਰੀ ਹੈ। ਆਪਾਂ ਇਹਦਾ ਗੁਰਬਾਣੀ ਪ੍ਰਤੀ ਪੱਖ ਜਿਉਂ-ਜਿਉਂ ਸਵਾਲ ਆਉਣਗੇ ਕਰਾਂਗੇ। ਫਿਲਹਾਲ ਇੰਨੇ ਸ਼ਬਦ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਨੇ ਬੜੀ ਪਿਆਰੀ ਰਮਤਾ ਕਰ ਦਿੱਤੀ ਹੈ। ਪਾਤਸ਼ਾਹ ਦਾ ਹੁਕਮ ਹੈ, ਗ੍ਰਹਿਸਤ ਕੁਟੁੰਬ ਪਲੇਟਿਆਂ, ਕਦੇ ਹਰਖ ਕਦੇ ਸੋਗ। ਪਾਤਸ਼ਾਹ ਦਾ ਬਾਣੀ ਵਿੱਚ ਹੁਕਮ ਹੈ ਕਿ ਹਰਖ ਸੋਗ ਨਾਲ ਨਾਲ ਚੱਲਦੇ ਰਹਿਣੇ ਨੇ। ਸੋ ਸਭ ਤੋਂ ਪਹਿਲਾਂ ਮੈਂ ਜਨਰਲ ਕੁਐਸਚਨ ਤੋਂ ਸ਼ੁਰੂਆਤ ਕਰਦਾ। ਅਕਸਰ ਪਤੀ ਸੋਚਦਾ ਹੈ ਮੈਂ ਆਪਣੀ ਪਤਨੀ ਨੂੰ ਠੀਕ ਕਰਨਾ ਹੈ, ਸੰਵਾਰਨਾ ਹੈ। ਪਤਨੀ ਸੋਚਦੀ ਹੈ ਮੈਂ ਆਪਣੇ ਪਤੀ ਨੂੰ ਠੀਕ ਕਰਨਾ ਹੈ, ਸੰਵਾਰਨਾ ਹੈ। ਕੀ ਕਰੀਏ ਅਤੇ ਕੌਣ ਕਰੇ? ਅਤੇ ਮੈਂ ਬੇਨਤੀ ਕਰਾਂਗਾ ਪੈਨਲ ਦੇ ਵਿੱਚ ਕੋਈ ਵੀ ਸੱਜਣ ਅਤੇ ਬੜੇ ਸੰਖੇਪ ਸ਼ਬਦਾਂ ਦੇ ਵਿੱਚ ਉਹ ਆਪਣੇ ਇਨਪੁਟਸ ਅਸੀਂ ਦੇ ਸਕਦੇ ਹਾਂ ਇਹਦੇ 'ਤੇ। ਪਤੀ ਭਾਈ ਦੇਸਾ ਸਿੰਘਾਂ ਦਾ ਜੋ ਰਹਿਤਨਾਮਾ ਹੈ ਉਹਦੇ ਵਿੱਚ ਹੁਕਮ ਹੈ ਕਿ ਵਿਨੈ ਵਿਵੇਕ ਧਰਮ ਦ੍ਰਿੜ ਰਾਖੈ, ਮਿੱਥਿਆ ਬਚਨ ਨਾ ਕਬਹੂ ਭਾਖੈ। ਇਹ ਇੱਕ ਦੂਸਰੇ ਨੂੰ ਜੋ ਥੱਲੇ ਲਾਉਣ ਦੀ ਗੱਲ ਹੈ, ਉਸ ਸੰਬੰਧ ਵਿੱਚ ਮੈਡਮ ਸਰਬਜੋਤ ਵੀ ਕਹਿ ਰਹੇ ਸਨ ਕਿ ਉਹਦੇ ਵਿੱਚ ਦੋਨਾਂ ਦੇ ਵਾਸਤੇ ਹੀ ਹੁਕਮ ਹੈ। ਲੇਕਿਨ ਇਸਤਰੀ ਦਾ ਇਹ ਐਡਵਾਂਟੇਜ ਹੈ ਕਿ ਉਹ ਇਸ ਜਨਮ ਦੇ ਵਿੱਚ ਉਹਨੂੰ ਇਸਤਰੀ ਰੂਪ ਵੀ ਮਿਲਿਆ ਅਤੇ ਉਹ ਜੀਵ ਰੂਪੀ ਇਸਤਰੀ ਵੀ ਹੈ। ਪੁਰਸ਼ ਨੂੰ ਉਸ ਦਾ ਅਹਿਸਾਸ ਕਰਨ ਲਈ ਥੋੜ੍ਹੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਸ ਕਰਕੇ ਇਸਤਰੀ ਜਿਹੜੀ ਹੈ ਉਹ ਜ਼ਿਆਦਾ ਭਾਗਸ਼ਾਲੀ ਹੈ ਕਿ ਉਹਨੂੰ ਵਿਵਾਹ ਦੇ ਵਿੱਚ ਇਸਤਰੀ ਦਾ ਹੀ ਰੋਲ ਮਿਲਿਆ ਹੈ, ਨਾਲੇ ਉਹ ਜੀਵ ਰੂਪੀ ਇਸਤਰੀ ਵੀ ਹੈ। ਇਹ ਮਨ ਸੁੰਦਰ ਆਪਣਾ
ਹਰ ਨਾਮ ਮਜੀਠੈ ਰੰਗਰੀ, ਤਿਆਗ ਸਿਆਣਪ ਚਾਤੁਰੀ, ਤੂੰ ਜਾਣ ਗੋਪਾਲੈ ਸੰਗਰੀ। ਔਰ ਮਨ ਮੋਤੀ ਜੇ ਗਹਿਣਾ ਹੋਵੇ, ਪਾਉਣ ਹੋਵੇ ਸੂਤ ਧਾਰੀ। ਬਾਬਾ ਫਰੀਦ ਜੀ ਦਾ ਵੀ ਹੈ ਕਿ ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਦੂਜੇ ਨੂੰ ਸਵਾਰਨ ਦੇ ਨਾਲੋਂ ਉਹ ਕਹਿੰਦੇ ਨੇ ਵੀ ਆਪਣਾ ਆਪ ਪਹਿਲਾਂ ਜੇ ਅਸੀਂ ਸਵਾਰ ਲਈਏ ਅਤੇ ਦੂਜੇ ਨੂੰ ਸਬਕ ਸਿਖਾਉਣ ਦੀ ਜਗ੍ਹਾ ਬੁਰੇ ਦਾ ਭਲਾ ਕਰ, ਗੁੱਸਾ ਮੰਨਣਾ ਹੰਢਾਏ। ਅਸੀਂ ਗੁੱਸਾ ਜਿਹੜਾ ਉਹਨੂੰ ਇਸ ਤਰ੍ਹਾਂ ਦਾ ਬਣਾ ਲੈਂਦੇ ਹਾਂ ਵੀ ਉਹਨੂੰ ਫਿਰ ਹੰਢਾਉਂਦੇ ਰਹਿੰਦੇ ਹਾਂ। ਉਹਦੇ ਨਾਲ ਦੇਹੀ ਦੇ ਵਿੱਚ ਰੋਗ ਲੱਗਦੇ ਨੇ ਔਰ ਸਾਡੇ ਪੱਲੇ ਕੁਛ ਨਹੀਂ ਪੈਂਦਾ, ਪੱਲਾ ਸਾਡਾ ਖਾਲੀ ਰਹਿ ਜਾਂਦਾ। ਤੋ ਇਹ ਜੇ ਸੈਲਫ ਅਨੈਲਿਸਿਸ, ਸੈਲਫ ਰੀਅਲਾਈਜੇਸ਼ਨ ਜੇ ਕੀਤੀ ਜਾਵੇ ਤਾਂ ਉਹਦੇ ਵਿੱਚ ਆਪਣਾਪਨ ਜਿਹੜਾ ਹੈ ਉਹਨੂੰ ਐਨਵੈਲਪ ਕੀਤਾ ਜਾਵੇ। ਪਤੀ ਜਿਹੜੀ ਹੈ ਪਤਨੀ ਨੂੰ ਐਨਵੈਲਪ ਕਰੇ, ਕਲਾਵੇ ਦੇ ਵਿੱਚ ਉਸ ਨੂੰ ਲੈਣ ਦੀ ਗੱਲ ਹੈ। ਕਲਾਵੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਬਾਂਹ ਦੇ ਨਾਲ ਹੀ ਕਲਾਵਾ ਲਈਏ ਤਾਂ ਕਲਾਵਾ ਹੁੰਦਾ। ਐਨਵੈਲਪ ਕਰਨ ਦਾ ਮਤਲਬ ਹੁੰਦਾ ਹੈ ਆਪਣੇਪਨ ਦੇ ਵਿੱਚ ਲੈ ਆਉਣਾ, ਉਹਨੂੰ ਆਪਣਾ ਹੀ ਸਮਝਣਾ ਵੀ ਜੇ ਉਹਨੂੰ ਗੁੱਸਾ ਆਇਆ ਅਤੇ ਸਾਨੂੰ ਹੀ ਗੁੱਸਾ ਆਇਆ ਅਤੇ ਉਹਨੂੰ ਸੰਵਾਰਨ ਦੀ ਗੱਲ ਜਿਹੜੀ ਹੈ ਉਹਦੇ ਲਈ ਟਾਈਮ ਵੇਟ ਕਰਨਾ ਅਤੇ ਉਹਦੇ ਲਈ ਕੋਈ ਨਾ ਕੋਈ ਕ੍ਰੀਏਟਿਵਿਟੀ ਹੋਰ ਲੱਭਣੀ ਔਰ ਉਸ ਨੂੰ ਉਹਦੀ ਲੀਕੇਜ ਕਰਨਾ। ਜੇ ਉਹਦੇ ਵਿੱਚ ਕੋਈ ਪ੍ਰੈਸ਼ਰ ਆ ਗਿਆ ਉਹਨੂੰ ਕਿਸ ਤਰ੍ਹਾਂ ਉਹਦਾ ਲੀਕੇਜ ਕਰਕੇ ਅਤੇ ਉਹਨੂੰ ਕਾਮ ਕੀਤਾ ਜਾ ਸਕਦਾ ਹੈ। ਤੋ ਇਹ ਮੇਰਾ ਖਿਆਲ ਹੈ ਵੀ ਰਿਸਟਰੇਂਟ ਜਿਹੜਾ ਹੈ ਉਹ ਜ਼ਿਆਦਾ ਜ਼ਰੂਰੀ ਹੈ, ਬਜਾਏ ਇਹਦੇ ਕਿ ਅਸੀਂ ਡੈਟਰੈਂਟ ਜਿਹੜਾ ਉਹਨੂੰ ਯੂਜ਼ ਕਰੀਏ। ਡੈਟਰੈਂਟ ਯੂਜ਼ ਕਰਨ ਦੀ ਬਜਾਏ ਰਿਸਟਰੇਂਟ ਜ਼ਿਆਦਾ ਯੂਜ਼ ਕਰਨਾ ਚਾਹੀਦਾ। मैं एक और एडिशन करना चाहूँगी कि आम कहावत है चैरिटी बिगिनस एट होम। सो ਅਸੀਂ ਆਪਣੇ ਮਨ ਰੂਪੀ ਘਰ ਨੂੰ ਜਦੋਂ ਸਵਾਰ ਲੈਂਦੇ ਹਾਂ ਤੇ ਫਿਰ ਬਾਕੀ ਸਭ ਕੁਝ ਠੀਕ ਨਜ਼ਰ ਆਉਣ ਲੱਗ ਜਾਂਦਾ ਹੈ। ਤੇ ਇਸ ਲਈ ਹਰ ਇਨਸਾਨ ਦੀ ਪਰਸਨਲ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਆਪ ਨੂੰ ਪਹਿਲਾਂ ਸਵਾਰੇ, ਬਾਕੀ ਦੇ ਕਾਜ ਸਤਿਗੁਰ ਆਪੇ ਸਵਾਰ ਦਿੰਦੇ ਨੇ। ਦੋਵੇਂ ਆਪਣੇ ਆਪ ਨੂੰ ਸੰਵਾਰਨ। ਇਹ ਨਹੀਂ ਕਿਹਾ ਜਾ ਸਕਦਾ ਕਿ ਇੱਕ ਅਸੀਂ ਦੂਜੇ ਨੂੰ ਸੰਵਾਰੀਏ, ਦੂਸਰੇ ਨੂੰ ਸਵਾਰਨ ਦੀ ਬਜਾਏ ਆਪਣੇ ਆਪ ਨੂੰ ਸਵਾਰੀਏ। ਐਫਰਟ ਕਰੀਏ, ਉਹ ਜ਼ਿਆਦਾ ਲਾਭਦਾਇਕ ਹੈ। ਇੱਕ ਹੋਰ ਇਹਦੇ ਨਾਲ ਰਲਦਾ ਸਵਾਲ ਹੈ ਕਿ ਜਦੋਂ ਲੜਾਈ ਹੁੰਦੀ ਹੈ ਤਾਂ ਅਕਸਰ ਇਹ ਹੁੰਦਾ ਕਿ ਪਹਿਲਾਂ ਮੈਂ ਕਿਉਂ ਬੁਲਾਵਾਂ, ਉਹ ਬੁਲਾਵੇ। ਅਜਿਹੀ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਜੀ? ਇਹਦਾ ਜਿਹੜਾ ਮੂਲ ਕਾਰਨ ਇਉਂ ਲੱਗਦਾ ਹੈ ਕਿ ਸਾਡੇ ਅੰਦਰਲੀ ਹਉਮੈ ਹੈ। ਜਦੋਂ ਤੱਕ ਆਪਾਂ ਜਿਸ ਤਰ੍ਹਾਂ ਇਹ ਪਹਿਲਾਂ ਗੱਲ ਹੋਈ ਕਿ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ। ਸਭ ਤੋਂ ਪਹਿਲੀ ਗੱਲ ਤਾਂ ਸੁੱਖ ਜ਼ਿੰਦਗੀ 'ਚ ਉਦੋਂ ਆਉਂਦਾ ਹੈ ਜਦੋਂ ਬੰਦਾ ਆਪਨੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ। ਔਰ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਮੱਤ ਦਿੱਤੀ ਹੈ, ਇੱਕ ਸਿੱਖ ਨੂੰ ਮੱਤ ਦਿੱਤੀ ਹੈ, ਭਾਵੇਂ ਉਹ ਪੁਰਖ ਹੈ ਭਾਵੇਂ ਇਸਤਰੀ ਹੈ। ਗੁਰੂ ਸਾਹਿਬ ਨੇ ਕਿਹਾ ਵੀ ਜਿਨ੍ਹਾਂ ਟਾਹਣੀਆਂ ਦੇ ਉੱਤੇ ਫਲ ਲੱਗਦੇ ਨੇ ਉਹੀ ਚੁੱਕਦੇ ਨੇ। ਨਿਵੇਂ ਸੋ ਗੌਰਾ ਹੋਏ। ਤਕੜੀ ਦਾ ਉਹ ਵਾਲਾ ਪਾਸਾ ਹਮੇਸ਼ਾ ਨੀਵਾਂ ਹੁੰਦਾ ਜਿਹਦੇ 'ਚ ਵਜਨ ਜ਼ਿਆਦਾ ਹੁੰਦਾ, ਜਿਹਦੇ 'ਚ ਭਾਰਾਪਨ ਹੁੰਦਾ, ਜਿਹਦੇ 'ਚ ਸੋਜ਼ ਹੁੰਦੀ ਹੈ। ਤਾਂ ਜਿਹੜਾ ਬਹੁਤ ਉੱਚੀ ਬੋਲਦਾ, ਭਗਤ ਕਬੀਰ ਜੀ ਕਹਿੰਦੇ ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਅਤੇ ਇਹ ਆਪਣੇ ਪੈਰਾਮੀਟਰ 'ਤੇ ਆਪਾਂ ਲਾਉਣਾ ਕਿ ਮੈਂ ਝੁਕਣਾ ਕਿ ਅਗਲੇ ਨੂੰ ਝੁਕਾਉਣਾ। ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਵੀ ਜਾ ਰਹਿਣਾ ਨਾਹੀਂ ਐਤ ਜਗ ਤਾਂ ਕਾਇਤ ਗਰ ਵੰਡੀ ਹੈ। ਅਸਲ 'ਚ ਤਾਂ ਸਾਡੀ ਜ਼ਿੰਦਗੀ ਸੁੱਖ ਨਾਲ ਉਦੋਂ ਹੀ ਬੀਤਣੀ ਹੈ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਅੰਤ ਨੂੰ ਦੇਖ ਕੇ ਚੱਲਾਂਗੇ ਕਿ ਇਸ ਸਾਰੇ ਦਾ ਨਟ ਸ਼ੈਲ ਕੀ ਹੈ, ਇਸ ਸਾਰੇ ਦਾ ਅੰਤ ਕੀ ਹੈ। ਅੰਤ ਤਾਂ ਹੈਗੀ ਪਰਮਾਤਮਾ ਦੇ ਵਿੱਚ ਸਮਾਣਾ। ਔਰ ਅੰਤ ਜਿਹੜਾ ਪਹਿਲੇ ਆਪਾਂ ਗੱਲ ਕੀਤੀ ਕਿ ਅੰਤ ਤਾਂ ਪ੍ਰੇਮ ਦੀ ਪ੍ਰਾਪਤੀ ਹੈ। ਅਤੇ ਪ੍ਰੇਮ ਜਿਹੜਾ ਉਹ ਝੁਕਣਾ ਸਿਖਾਉਂਦਾ ਹੈ। ਪ੍ਰੇਮ ਦਾ ਮਤਲਬ ਕੀ ਹੈ? ਪਰੇ ਮੈਂ, ਆਪਣੇ ਆਪ ਨੂੰ ਪਰੇ ਕਰ ਦੇਣਾ। ਅਤੇ ਜੇ ਮਨ ਵਿੱਚ ਪ੍ਰੇਮ ਹੈ ਅਤੇ ਪ੍ਰੇਮ ਦੇ ਨਾਲ ਕਈ ਐਸੇ ਪੇਸ਼ੈਂਟਸ ਦੇ ਨਾਲ ਜ਼ਿੰਦਗੀ ਦੇ ਵਿੱਚ ਵਾਹ ਪੈਂਦਾ ਹੈ ਜਿਨ੍ਹਾਂ ਦੀ ਜ਼ਿੰਦਗੀ 'ਚ ਬੜਾ ਕਲੇਸ਼ ਹੁੰਦਾ ਹੈ, ਬਹੁਤ ਦੁੱਖ ਹੁੰਦਾ। ਜਦੋਂ ਉਹਨਾਂ ਨੂੰ ਸਮਝਾਇਆ ਜਾਂਦਾ ਔਰ ਗੁਰੂ ਦੀ ਕਿਰਪਾ ਨਾਲ ਉਹਨਾਂ ਦੀ ਜਦੋਂ ਗੱਲ ਸਮਝ ਆ ਜਾਂਦੀ ਹੈ। ਮਨੁੱਖੀ ਮਨ ਇਸ ਤਰ੍ਹਾਂ ਦਾ ਕਿ ਸਾਡਾ ਮਨ ਕਦੀ ਵੀ ਥੱਲੇ ਲੱਗਣ ਨੂੰ ਤਿਆਰ ਨਹੀਂ ਹੁੰਦਾ ਜਦੋਂ, ਪਰ ਉਹ ਕੁਛ ਇਹਨਾਂ ਗੱਲਾਂ 'ਤੇ ਅਮਲ ਕਰਦੇ ਹਾਂ ਅਸੀਂ ਨਿਮਰਤਾ ਵਾਲੇ, ਅਤੇ ਬੰਦਾ ਫਿਰ ਵੀ ਇਹਨਾਂ ਨੂੰ ਲੱਗਦਾ ਵੀ ਹਾਂਜੀ ਡਾਕਟਰ ਸਾਹਿਬ ਦਵਾਈ ਵੀ ਲਈ, ਤੁਹਾਡੀਆਂ ਗੱਲਾਂ ਥੋੜ੍ਹਾ ਅਸਰ ਹੋਇਆ, ਪਰ ਹੁਣ ਮੇਰੀ ਮਦਰ ਇਨ ਲਾ ਦੀ ਨੇਚਰ ਚੇਂਜ ਹੋ ਗਈ। ਮਤਲਬ ਇਹ ਨਹੀਂ ਕਹਿੰਦਾ ਕਿ ਮੈਂ ਬਦਲ ਰਿਹਾ, ਉਹਨੂੰ ਇੱਦਾਂ ਲੱਗਦਾ ਵੀ ਦੂਜੇ ਬਦਲਣੇ ਸ਼ੁਰੂ ਹੋ ਗਏ ਨੇ। ਹਾਲਾਂਕਿ ਮੇਰਾ ਆਪਣਾ ਬਿਹੇਵੀਅਰ ਹੀ ਕਿਤੇ ਨਾ ਕਿਤੇ ਉਹਨਾਂ ਨੂੰ ਥੱਲੇ ਲਾਉਣ ਵਾਲੀ ਪ੍ਰਵਿਰਤੀ ਜਿਹੜੀ ਹੈ, ਆਪਣੀ ਈਗੋ ਹੀ ਕਿਤੇ ਨਾ ਕਿਤੇ ਆੜੇ ਆਉਂਦੀ ਹੈ। ਸੋ ਮੇਰੇ ਹਿਸਾਬ ਨਾਲ ਜਿਹੜਾ ਝੁਕਦਾ ਹਮੇਸ਼ਾ ਵੱਡਾ ਉਹੀ ਹੁੰਦਾ ਜਿਹਦੇ ਵਿੱਚ ਸਿਆਣਪ ਹੈ, ਜਿਹਦੇ ਵਿੱਚ ਸਮਝਦਾਰੀ ਹੈ, ਉਹੀ ਮੌਕੇ ਨੂੰ ਸੰਭਾਲੇਗਾ। ਬਹੁਤ ਵਧੀਆ। ਬਾਣੀ ਦੀਆਂ ਤੁਕਾਂ ਕਈ ਵਾਰੀ ਅਸੀਂ ਗਲਤ ਵੀ ਯੂਜ਼ ਕਰਦੇ ਹਾਂ, ਉਹਦੇ ਤੋਂ ਸਾਨੂੰ ਬਚਣਾ ਚਾਹੀਦਾ। ਇੱਕ ਜਣਾ ਇਹ ਕਵੇ ਕਿ ਦੂਸਰੇ ਨੂੰ ਕਿ ਮੂਰਖੇ ਨਾਲ ਨਾ ਲੁੱਝੀਏ, ਵੀ ਤੂੰ ਤਾਂ ਮੂਰਖ ਹੈ ਮੈਂ ਤੇਰੇ ਨਾਲ ਨਹੀਂ ਲੁੱਝਦਾ, ਉਹਦੇ ਨਾਲ ਤਾਂ ਹੋਰ ਸਗੋਂ ਉਹਨੂੰ ਉਹਦੇ 'ਚ ਤੇਲ ਪਾਉਣ ਵਾਲੀ ਗੱਲ ਹੈ। ਉਹਦੇ 'ਚ ਬਾਣੀ ਦੀ ਸੇਧ ਜਿਹੜੀ ਹੈ, ਤਸੀਰ ਹੈ ਜਿਹੜੀ ਸੀਰਤ ਬਾਣੀ ਦੀ, ਉਹਦੇ ਨਾਲ ਜੁੜਨਾ ਬੜਾ ਜ਼ਰੂਰੀ ਹੈ।
ਹੁਕਮ ਰਹਿਤਨਾਮਿਆ ਚੁੱਕਾ ਮੈਂ ਨਮਰ ਸੁਭਾਵ ਨਾ ਕਬਹੂ ਤਿਆਗੈ ਦੁਰਜਨ ਦੇਖ ਦੂਰ ਤੇ ਭਾਗੈ। ਜਿਹੜਾ ਡਿਕਸ਼ਨਰੀ ਮੀਨਿੰਗ ਹੈ ਸ਼ਾਦੀ ਦਾ ਉਹ ਵੈਡ ਲੌਕ ਹੈ। ਇਹ ਜਿਹੜਾ ਵੈਡ ਲੌਕ ਹੈ ਉਹ ਡੈਡ ਲੌਕ 'ਚ ਬਦਲ ਜਾਂਦਾ ਹੈ। ਉਹਨੂੰ ਹੁਣ ਲੌਕ ਦੀ ਚਾਬੀ ਜਿਹੜੀ ਹੈ ਉਹ ਜਿਹੜਾ ਪਹਿਲਾਂ ਬੁਲਾਏਗਾ ਉਹ ਸਮਝੋ ਉਹਦੇ ਕੋਲ ਉਹਦੀ ਚਾਬੀ ਹੈ। ਉਹ ਡੈਡ ਲੌਕ ਤੋਂ ਵੈਡ ਲੌਕ 'ਤੇ ਵਾਪਸ ਆ ਜਾਏਗਾ। ਜੇ ਵੈਡ ਲੌਕ ਹੀ ਰਵੇ ਤਾਂ ਡੈਡ ਲੌਕ ਤੋਂ ਅਸੀਂ ਬਚੇ ਰਹਾਂਗੇ। ਤਾਂ ਵੈਡ ਲੌਕ ਜਿਹੜਾ ਹੈ ਉਹਦੇ ਵਿੱਚ ਚਾਬੀ ਜਿਹੜੀ ਹੈ ਉਹ ਦੋਵਾਂ ਦੇ ਕੋਲ ਹੋਵੇ। ਜਿਹੜਾ ਨਿਰਾਸ਼ ਹੋਵੇ ਦੂਜਾ ਚਾਬੀ ਲਾ ਕੇ ਉਹਨੂੰ ਖੋਲ੍ਹ ਦੇਵੇ, ਜਿਹੜਾ ਨਿਰਾਸ਼ ਹੋਵੇ ਦੂਜਾ ਚਾਬੀ ਲਾ ਕੇ ਖੋਲ੍ਹ ਦੇਵੇ, ਔਰ ਇਹ ਨਿਸ਼ਚਾ ਕਰ ਲੈਣ ਵੀ ਇਹਨੂੰ ਵੈਡ ਲੌਕ ਹੀ ਰੱਖਣਾ, ਡੈਡ ਲੌਕ ਨਹੀਂ ਰੱਖਣਾ। ਤਾਂ ਜ਼ਰੂਰ ਉਹ ਇਸੇ ਤਰ੍ਹਾਂ ਪੈਡਲ, ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਮੁਕਤਿੰਦਰ ਸਰਾਂ ਨੇ, ਪੈਡਲ ਇਕੱਠੇ ਨਹੀਂ ਚੱਲਣੇ ਦੋਵੇਂ, ਇੱਕ ਪੈਡਲ ਨੇ ਪਿੱਛੇ ਆਉਣਾ, ਇੱਕ ਨੇ ਅੱਗੇ ਜਾਣਾ, ਇੱਕ ਨੇ ਅੱਗੇ ਆਉਣਾ, ਇੱਕ ਨੇ ਪਿੱਛੇ ਆਉਣਾ। ਤਾਂ ਇਸ ਤਰ੍ਹਾਂ ਸਿਲਸਿਲਾ ਜੇ ਅਸੀਂ ਚਲਾ ਸਕੀਏ ਤਾਂ ਮਹਾਰਾਜ ਦੀ ਬਹੁਤ ਕਿਰਪਾ ਉਹਦੇ 'ਚ ਹੋਏਗੀ ਜੀ। ਵਾਹ ਜੀ, ਬਹੁਤ ਬਹੁਤ ਵਧੀਆ ਜੀ। ਮੈਂ ਸੋਚਦਾ ਕਿ ਇਹਦੇ 'ਚ ਲਈ ਇਹ ਹੋ ਜਾਵੇ ਕਿ ਜਿਹੜਾ ਪਹਿਲਾਂ ਬੁਲਾਏਗਾ ਉਹ ਜਿੱਤ ਜਾਏਗਾ। ਅਸੀਂ ਆਪਣੀ ਲੜਾਈ ਦੇ ਅਸੂਲੇ ਬਣਾ ਦਈਏ ਕਿ ਜਿਹੜਾ ਪਹਿਲਾਂ ਬੁਲਾਏਗਾ ਉਹ ਜਿੱਤ ਜਾਏਗਾ। ਇਹਦੇ ਨਾਲ ਇੱਕ ਹੋਰ ਸਵਾਲ ਆਇਆ ਕਿ ਆਮ ਪਤੀ ਪਤਨੀ ਇੱਕ ਦੂਸਰੇ ਨੂੰ ਕਹਿੰਦੇ ਨੇ ਆਈ ਲਵ ਯੂ, ਮੈਂ ਤੈਨੂੰ ਪਿਆਰ ਕਰਦਾ। ਕਦੇ ਕਦਾਈ ਇਸ ਗੱਲ 'ਤੇ ਵੀ ਉਲਝ ਪੈਂਦੇ ਨੇ ਕਿ ਮੈਂ ਤੈਨੂੰ ਵੱਧ ਪਿਆਰ ਕਰਦਾ ਅਤੇ ਤੂੰ ਮੈਨੂੰ ਘੱਟ ਪਿਆਰ ਕਰਦੀ ਹੈ। ਇਸ ਸਥਿਤੀ ਵਿੱਚ ਕੀ ਕਰਨਾ ਚਾਹੋਗੇ? ਇਹਦੇ 'ਤੇ ਕੋਈ ਟਿੱਪਣੀ ਕਰਨਾ ਚਾਹੋ? ਹਾਂਜੀ। ਜੇ ਪਤਨੀ ਕਹੇ ਕਿ ਮੈਂ ਤੈਨੂੰ ਵੱਧ ਪਿਆਰ ਕਰਦਾ ਤੇ ਇਸ ਤੋਂ ਲੱਕੀ ਕਿਹੜੀ ਪਤਨੀ ਹੋ ਸਕਦੀ ਹੈ? ਠੀਕ ਹੈ ਨਾ। ਤੇ ਜੇ ਉਹ ਆਪਣੇ ਮੂੰਹ ਨਾਲ ਖੁਦ ਕਨਫੈਸ ਕਰ ਰਿਹਾ ਹੈ ਜਾਂ ਜੇ ਪਤਨੀ ਕਹੇ ਕਿ ਮੈਂ ਤੈਨੂੰ ਵੱਧ ਪਿਆਰ ਕਰਦੀ ਹਾਂ, ਤੇ ਇਸ ਤੋਂ ਵਧੀਆ ਹੋਰ ਕੀ ਗੱਲ ਹੋ ਸਕਦੀ ਹੈ? ਝਗੜਾ ਉਦੋਂ ਪੈਦਾ ਹੁੰਦਾ ਹੈ ਜਦੋਂ ਅੱਖਰ ਫੋਕੇ ਹੁੰਦੇ ਨੇ। ਜੇ ਅੱਖਰਾਂ 'ਚ ਤਾਸੀਰ ਹੈ, ਅੱਖਰਾਂ 'ਚ ਰਸ ਹੈ ਔਰ ਅੱਖਰਾਂ 'ਚ ਡੂੰਘਾਈ ਹੈ ਔਰ ਉਹਨਾਂ 'ਚ ਸੱਚ ਹੈ ਨਾ, ਤੇ ਸ਼ਾਇਦ ਇਹ ਅੱਖਰ ਕਹਿਣ ਦੀ ਵੀ ਲੋੜ ਨਹੀਂ ਹੈਗੀ। ਜਿਹਦੇ ਕਹੇ ਅੱਖਰ ਕਹੇ ਉਹਦੇ ਹੀ ਉੱਥੇ ਪਹੁੰਚਣੇ ਨੇ ਜਿੱਥੇ ਤੱਕ ਉਹ ਪਹੁੰਚਾਉਣਾ ਚਾਹੁੰਦਾ ਹੈ। ਜੇ ਗਲੇ 'ਚੋਂ ਕੋਈ ਕੁਛ ਕਹੀ ਜਾਂਦਾ ਤੇ ਉਹਦਾ ਕਰੈਕਟਰ ਕੁਛ ਹੋਰ ਹੈ, ਉਹਦੇ ਆਪਣੀ ਕਰਤੂਤਾਂ ਕੁਛ ਹੋਰ ਨੇ, ਤੇ ਮੂੰਹੋਂ ਜੋ ਮਰਜ਼ੀ ਕਹੀ ਜੇ, ਫਿਰ ਤਾਂ ਬਾਹਰਲਾ ਵਾਈ ਵਾਰ ਹੈਗੀ ਨਾ, ਹਵਾ ਹੀ ਹਵਾ ਹੈ ਉਹ। ਪਰ ਅਸਲ 'ਚ ਅੰਦਰੋਂ ਜੇ ਕਿਤੇ ਪਿਆਰ ਹੈ ਆਪਸ 'ਚ, ਤੇ ਉਹ ਪਿਆਰ ਜ਼ਰੂਰ ਸਾਨੂੰ ਪਰਮਾਤਮਾ ਦੇ ਪਿਆਰ ਤੱਕ ਲੈ ਕੇ ਜਾਏਗਾ। ਕਿਤੇ ਇਹ ਨਾ ਹੋਵੇ ਉਹ ਪਿਆਰ ਜਿਹੜਾ ਸਾਡੀ ਵਾਸ਼ਨਾ 'ਚ ਤਬਦੀਲ ਹੋ ਕੇ ਤਾਂ ਹਮੇਸ਼ਾ ਰਹਿ ਜਾਂਦਾ ਹੋਵੇ, ਪਰ ਉਹ ਪਿਆਰ ਕਦੀ ਅਕਾਲ ਪੁਰਖ ਦੇ ਪਿਆਰ 'ਚ ਤਬਦੀਲ ਹੋਣ ਵਾਲੇ ਪਾਸੇ ਕਦੀ ਉਹਦੀ ਦਿਸ਼ਾ ਹੀ ਨਾ ਬਣੇ। ਤੇ ਜਦੋਂ ਮੇਰੇ ਅੰਦਰੋਂ ਪਿਆਰ ਪੈਦਾ ਹੋਏਗਾ ਤੇ ਮੈਨੂੰ ਪਿਆਰ ਕਰਨਾ ਨਹੀਂ ਪਏਗਾ, ਉਹ ਪਿਆਰ ਦਾ ਰੂਪ ਹੀ ਮੈਂ ਬਣ ਜਾਵਾਂਗਾ। ਔਰ ਸ਼ਾਇਦ ਸਾਡੀ ਜ਼ਿੰਦਗੀ ਦਾ ਮਕਸਦ ਹੀ ਹੈ। ਅਕਸਰ ਮੈਂ ਕੁਝ ਬੁੱਕਸ ਵੀ ਪੜ੍ਹੀਆਂ ਕਿ ਉਹਨਾਂ ਦੇ ਵਿੱਚ ਇਹ ਰੈਫਰੈਂਸ ਵੀ ਆਉਂਦਾ ਹੈ, ਕਹਿੰਦੇ ਵੀ ਪਤੀ ਪਤਨੀ ਦਾ ਸੰਬੰਧ ਕਈ ਜਨਮਾਂ ਦਾ ਹੁੰਦਾ ਹੈ। ਔਰ ਗੁਰਬਾਣੀ ਇਸ ਗੱਲ ਨੂੰ ਦ੍ਰਿੜਤਾ ਨਾਲ, ਪ੍ਰੋੜਤਾ ਨਾਲ ਪੇਸ਼ ਕਰਦੀ ਹੈ ਕਿ ਇਹ ਕਈ ਜਨਮ ਦੇ ਜਿਹੜੇ ਸਾਡੇ ਸਾਰੇ ਸੰਜੋਗ ਨੇ, ਸਾਡੇ ਜਿੰਨੇ ਵੀ ਰਿਸ਼ਤੇਦਾਰ, ਭਾਵੇਂ ਉਹ ਪਤੀ ਹੈ, ਪਤਨੀ ਹੈ, ਸੱਸ ਹੈ, ਸਹੁਰਾ ਹੈ, ਜਿੰਨੇ ਵੀ ਰਿਸ਼ਤੇ ਨੇ, ਅਸਲ 'ਚ ਕਹਿੰਦੇ ਨੇ ਪੂਰਬ ਜਨਮ ਕੇ ਮਿਲੇ ਸੰਜੋਗੀ। ਇਹ ਸਾਡੇ ਸੰਜੋਗ ਨੇ ਪੂਰਬਲੇ ਜਨਮਾਂ ਦੇ। ਹੁਣ ਪੂਰਬਲੇ ਜਨਮਾਂ ਦੇ ਸੰਜੋਗ ਦਾ ਸਿਸਟਮ ਕੀ ਹੈ? ਆਪਾਂ ਕਹਿੰਦੇ ਹਾਂ ਵੀ ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਅਸਲ 'ਚ ਸਾਡੀ ਜ਼ਿੰਦਗੀ ਦਾ ਮਕਸਦ ਪਰਮਾਤਮਾ 'ਚ ਮਿਲਣਾ ਹੈ। ਪਰਮਾਤਮਾ 'ਚ ਮਿਲਣ ਵਾਸਤੇ ਸਾਨੂੰ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ, ਪ੍ਰੇਮ ਰੂਪ ਹੋਣਾ ਪਏਗਾ। ਇਹਦਾ ਮਤਲਬ ਸਾਡੇ ਬਾਰ-ਬਾਰ ਜਨਮ ਉਦੋਂ ਤੱਕ ਹੀ ਹੋ ਰਹੇ ਨੇ ਜਦੋਂ ਤੱਕ ਸਾਡਾ ਆਪਾ ਅਸ਼ੁੱਧ ਹੈ, ਜਦੋਂ ਤੱਕ ਸਾਡੇ ਅੰਦਰ ਮੈਲ ਹੈ। ਜਦੋਂ ਤੱਕ ਸਾਡੇ ਅੰਦਰ ਮੈਲ ਹੈ, ਅਸੀਂ ਜਿੰਨਾ ਆਲੇ ਦੁਆਲੇ ਵਾਲੇ ਪਰਿਵਾਰਕ ਸੰਬੰਧਾਂ ਨਾਲ ਵਿਚਰ ਰਹੇ ਹਾਂ, ਉਹਨਾਂ ਨਾਲ ਸਾਡੇ ਅਕਾਊਂਟਸ ਚੱਲ ਰਹੇ ਨੇ। ਅਸਲ 'ਚ ਇਹ ਜਨਮ ਮੇਰਾ ਇੱਕੋ ਜਨਮ ਨਹੀਂ ਹੈ, ਇਸ ਤੋਂ ਪਹਿਲਾਂ ਕਿੰਨੇ ਜਨਮ ਲਏ ਨੇ, ਇਸ ਤੋਂ ਬਾਅਦ ਵੀ ਉਦੋਂ ਤੱਕ ਜਨਮ ਲੈਣੇ ਨੇ ਜਦੋਂ ਤੱਕ ਮੈਂ ਸੱਚ 'ਚ ਪ੍ਰੇਮ ਦੇ ਰੂਪ 'ਚ ਨਹੀਂ ਸਮਾ ਜਾਂਦਾ। ਹੁਣ ਜੇ ਜਿਹੜੀ ਮੇਰੀ ਅੱਜ ਪਤਨੀ ਹੈ ਉਹਦੇ ਨਾਲ ਮੇਰਾ ਪਿਛਲੇ ਜਨਮ ਦਾ ਕੋਈ ਹਿਸਾਬ ਹੈ, 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 ਪਿਛਲੇ ਜਨਮ ਦਾ ਕੋਈ ਹਿਸਾਬ ਹੈ।